ਇਹ ਤਾਂ ਅੱਗੇ ਇਕੱਲੇ ਬੰਦੇ ਨੂੰ ਘੇਰ ਕੇ ਖੜੀ ਹੋ ਜਾਂਦੀ, ਜੇ ਇਹਨੂੰ ਸ਼ਸਤਰ ਵਿੱਦਿਆ ਸਿਖਾਤੀ ਤੇ ਇਹਨੇ ਉਹ ਖੋਰੂ ਪੱਟ ਦੇਣਾ। ਕਿਹੜੀ ਕੰਟਰੀਜ਼ ਦੇ ਵਿੱਚ ਮੈਂ ਸੁਣਿਆ ਵੀ ਤੁਸੀਂ ਪ੍ਰਮੋਟ ਕਰਕੇ ਆਏ ਹੋ ਗੱਤਕੇ ਨੂੰ ਜਾਂ ਕੈਂਪ ਵੀ ਲਗਾ ਕੇ ਆਓ, ਕਿਹੜੀ ਕੰਟਰੀਜ਼ ਦੇ ਵਿੱਚ ਹੁਣ ਤੱਕ ਤੁਸੀਂ ਜਾ ਚੁੱਕੇ ਹੋ? ਸਭ ਤੋਂ ਪਹਿਲਾਂ ਤੇ ਮੈਂ ਗੁਰੂ ਮਹਾਰਾਜ ਦੀ ਧਰਤੀ ਨਨਕਾਣਾ ਸਾਹਿਬ ਗਈ ਸੀ ਜੀ, ਔਰ ਉੱਥੇ ਵੀ ਪਹਿਲੀ ਵਾਰੀ ਇਤਿਹਾਸ ਹੋਇਆ ਕਿ ਕੋਈ ਲੜਕੀ ਗੱਤਕਾ ਖੇਡਣ ਆਈ ਹੈ। ਐਜੀਪੀਸੀ ਵੱਲੋਂ ਸਾਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਦੇ ਸਮਾਗਮ ਦੇ ਸੰਬੰਧ ਵਿੱਚ ਉੱਥੇ ਭੇਜਿਆ ਗਿਆ ਸੀ। ਪਰ ਮੈਰਿਜ ਲਾਈਫ ਦਾ ਹਮੇਸ਼ਾ ਇਹ ਟੌਪਿਕ ਹਰ ਚੈਨਲ ਵਾਲੇ ਪੁੱਛਦੇ ਆ ਜੀ, ਇਹ ਇਕੱਲਾ ਹੀ ਤੁਹਾਡੀ ਨਹੀਂ ਹੈ, ਕਿਉਂਕਿ ਸਾਡਾ ਸਮਾਜ ਦੇ ਵਿੱਚ ਲੜਕੀਆਂ ਦਾ ਨਾ ਇੱਕ ਪਛਾਣ ਸਿਰਫ ਮੈਰਿਜ ਤੇ ਬਣਾ ਦਿੱਤੀ ਹੈ। ਜਿੱਦਾਂ ਹੁਣ ਅਸੀਂ ਸ਼ਾਓਲਿਨ ਦੀ ਗੱਲ ਕਰ ਲਈਏ, ਜੇ ਜਾਪਾਨ ਵਾਲੇ ਜਾਂ ਕੋਰੀਆ ਵਾਲੇ ਚਾਈਨਾ ਵਾਲੇ ਆਪਣੀ ਗੇਮ ਨੂੰ ਸਿਰਫ ਧਰਮ ਦੇ ਵਿੱਚ ਬੰਨ੍ਹ ਕੇ ਰੱਖ ਲੈਂਦੇ, ਮੱਠਾਂ ਤੱਕ ਸੀਮਤ ਰੱਖਦੇ, ਤਾਂ ਵਰਲਡ ਲੈਵਲ ਦੇ ਵਿੱਚ ਓਲੰਪਿਕ ਤੱਕ ਉਹਨਾਂ ਦੀ ਗੇਮ ਨਾ ਪਹੁੰਚਦੀ। ਕਿਵੇਂ ਮਜ਼ਾ ਆਉਂਦਾ ਇਸ ਚੀਜ਼ ਦੇ ਨਾਲ ਜੁੜ ਕੇ, ਗੱਤਕੇ ਦੇ ਨਾਲ ਜੁੜ ਕੇ? ਪੂਰਾ ਆਨੰਦ ਬਚਿਆ। ਅੱਛਾ, ਮੁੰਡਿਆਂ ਦੇ ਨਾਲ ਮੁਕਾਬਲਾ ਕਰਨ ਲੱਗੇ ਮਨ ਦੇ ਵਿੱਚ ਕੋਈ ਸਟ੍ਰੈਟਜੀ ਚੇਂਜ ਕਰਦੇ ਹੋ ਜਾਂ ਕਦੇ ਮਾਈਂਡ ਦੇ ਵਿੱਚ ਉਹ ਡਰ ਤਾਂ ਨਹੀਂ ਹੁੰਦਾ ਵੀ ਇਹ ਮੁੰਡਾ ਹੈ ਜਾਂ ਮੈਂ ਕੁੜੀ ਹਾਂ? ਐਕਚੁਅਲੀ ਦੀਦੀ ਨੇ ਪ੍ਰਪੇਅਰ ਹੀ ਸਾਨੂੰ ਇਦਾਂ ਕੀਤਾ ਹੋਇਆ ਕਿ ਕਿਸੇ ਚੀਜ਼ ਦੀ ਕੋਈ ਟੈਨਸ਼ਨ ਹੀ ਨਹੀਂ ਹੁੰਦੀ, ਜਿਹੜਾ ਮਰਜ਼ੀ ਆ ਜਾਏ ਅੱਗੇ ਬਸ। ਅਸਲ ਵਿੱਚ ਮੇਰੇ ਘਰਦਿਆਂ ਨੇ ਮੈਨੂੰ ਅਲਾਉ ਨਹੀਂ ਸੀ ਕੀਤਾ ਜਾਣ ਨੂੰ, ਕਹਿੰਦੇ ਹਲੇ ਤੂੰ ਛੋਟੀਆਂ ਰਹਿਣ ਦੇ ਜਾਣ ਨੂੰ, ਕਿ ਐਵੇਂ ਤੇਰੇ ਵਾਜੂਗੀ। ਫਿਰ ਮੈਂ ਕਿਹਾ ਨਹੀਂ ਮੈਂ ਸਿੱਖਣਾ ਵਾ। ਫਿਰ ਮੇਰੇ ਘਰਦਿਆਂ ਨੇ ਮੈਨੂੰ ਫੋਰਸ ਕੀਤਾ ਕਿ ਨਾ ਕਰ। ਫਿਰ ਮੇਰੇ ਜਿਹੜੇ ਉਸਤਾਦ ਜੀ ਨੇ ਉਹਨਾਂ ਨੇ ਕਿਹਾ ਕਿ ਕੁੜੀ ਵਧੀਆ ਖੇਡਦੀ, ਤੁਸੀਂ ਨਾ ਹਟਾਓ। ਮਤਲਬ ਕਿ ਇਸ ਗੇਮ ਨੂੰ ਕੱਲੀ ਮੈਂ ਨਹੀਂ ਪ੍ਰਫੁੱਲਤ ਕੀਤਾ, ਜਿਹੜੇ ਬੱਚੇ ਨੇ ਵੀ ਇਸ ਵਿੱਚ ਹੱਥ ਅਜ਼ਮਾਇਆ, ਜਿਹਨੇ ਮਿਹਨਤ ਕੀਤੀ ਆ, ਉਹ ਹਰ ਜਗ੍ਹਾ ਤੇ ਜਾ ਕੇ ਆਪਣਾ ਇਸ ਗੇਮ ਨੂੰ ਪ੍ਰਮੋਟ ਕਰ ਰਿਹਾ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਸਿੱਖਾਂ ਦੀ ਮਾਰਸ਼ਲ ਆਰਟ ਗੱਤਕਾ ਹੁਣ ਸਿਰਫ ਸਿੰਘਾਂ ਦੇ ਤੱਕ ਸੀਮਤ ਨਹੀਂ ਰਹਿ ਗਈ, ਇਹਦੇ ਵਿੱਚ ਹੁਣ ਸਿੰਘਣੀਆਂ ਸਾਡੀਆਂ ਭੈਣਾਂ ਵੀ ਆ ਕੇ ਆਪਣਾ ਜ਼ੋਰ ਅਜ਼ਮਾਇਸ਼ ਕਰ ਰਹੀਆਂ ਨੇ। ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਭੈਣ ਜੀ ਇੰਟਰਨੈਸ਼ਨਲ ਗੱਤਕਾ ਕੋਚ ਗੁਰਵਿੰਦਰ ਕੌਰ ਖਾਲਸਾ ਜੀ ਨੇ, ਜੋ ਲਗਾਤਾਰ ਗੱਤਕੇ ਨੂੰ ਪ੍ਰਫੁੱਲਤ ਕਰਨ ਦੇ ਲਈ, ਗੱਤਕੇ ਨੂੰ ਉੱਪਰਲੇ ਲੈਵਲ ਤੱਕ ਲਿਜਾਣ ਦੇ ਲਈ ਯਤਨਸ਼ੀਲ ਨੇ। ਔਰ ਖਾਸ ਗੱਲ ਹੈ ਕਿ ਇਹਨਾਂ ਦੇ ਵੱਲੋਂ ਬਹੁਤ ਸਾਰੀਆਂ ਭੈਣਾਂ ਦੀਆਂ ਟੀਮਾਂ ਵੀ ਗੱਤਕੇ ਦੇ ਵਿੱਚ ਤਿਆਰ ਕਰ ਦਿੱਤੀਆਂ ਗਈਆਂ, ਜਿਨ੍ਹਾਂ ਦੇ ਵਿੱਚੋਂ ਬੱਚੇ 골ਡ ਮੈਡਲ ਤੱਕ ਵੀ ਜਿੱਤ ਕੇ ਆ ਚੁੱਕੇ ਨੇ। ਸਾਡੇ ਨਾਲ ਭੈਣ ਜੀ ਗੁਰਵਿੰਦਰ ਕੌਰ ਖਾਲਸਾ ਜੀ ਨੇ। ਗੱਤਕੇ ਦੇ ਬਾਰੇ ਗੱਲਬਾਤ ਕਰਾਂਗੇ, ਇਹਨਾਂ ਦੇ ਨਿੱਜੀ ਜੀਵਨ ਦੇ ਉੱਤੇ ਵੀ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਫਤਿਹ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਦਾ ਜਵਾਬ ਜਿਸ ਤਰੀਕੇ ਦੇ ਨਾਲ ਜੋਸ਼ ਤੋਂ ਸਰਵਣ ਕੀਤਾ ਹੈ ਤਾਂ ਇੱਕਦਮ ਸਰੀਰ ਦੇ ਜਿਹੜੇ ਲੂੰ ਕੰਡੇ ਨੇ ਉਹ ਖੜੇ ਹੋ ਗਏ ਨੇ। ਗੱਤਕੇ ਦੇ ਵਿੱਚ ਪਹਿਲਾਂ ਸਿਰਫ ਆਪਾਂ ਸਿੰਘਾਂ ਨੂੰ ਦੇਖਦੇ ਸੀਗੇ, ਪਰ ਅੱਜ ਸਮਾਂ ਹੈ ਕਿ ਅੱਜ ਸਾਡੀਆਂ ਭੈਣਾਂ, ਇਹ ਛੋਟੀਆਂ ਬੱਚੀਆਂ ਵੀ ਗੱਤਕੇ ਦੇ ਵਿੱਚ ਜਿਹੜਾ ਉਹ ਜ਼ੋਰ ਅਜ਼ਮਾਇਸ਼ ਕਰ ਰਹੀਆਂ ਨੇ। ਤੁਹਾਡੇ ਸਫ਼ਰ ਦੀ ਸ਼ੁਰੂਆਤ ਜਾਣਨਾ ਚਾਹੂੰਗਾ, ਪਹਿਲਾਂ ਕਿਵੇਂ ਸ਼ੁਰੂਆਤ ਹੋਈ? ਹਾਂਜੀ, ਮੈਂ ਬਚਪਨ ਤੋਂ ਤਾਂ ਨਹੀਂ ਸੀ, ਪਹਿਲਾਂ ਜ਼ਿਆਦਾ ਸਿੱਖਿਆ 7ਵੀਂ 8ਵੀਂ ਦੇ ਵਿੱਚ ਆ ਕੇ, ਕਿਉਂਕਿ ਮੇਰੇ ਦਾਦਾ ਜੀ ਮੇਰੇ ਉਸਤਾਦ ਨੇ ਸਰਦਾਰ ਸੋਹਣ ਸਿੰਘ ਜੀ ਪਾਲਕੀਆਂ ਵਾਲੇ, ਤੇ ਘਰ ਦੇ ਵਿੱਚ ਉਹ ਸਾਰੇ ਜਾਣੇ ਬਾਣੇ ਤੇ ਬਾਣੀ ਦੀ ਧਾਰਨੀ ਸਨ, ਤੇ ਗੱਤਕੇ ਦੇ ਬੜੇ ਉੱਚ ਕੋਟੀ ਦੇ ਉਸਤਾਦ ਸਨ, ਤੇ ਉਹ ਖੇਡਦੇ ਹੁੰਦੇ ਸਨ। ਉਹਨਾਂ ਨੇ ਕਾਫੀ ਟੀਮਾਂ ਵੀ ਤਿਆਰ ਕੀਤੀਆਂ, ਤੇ ਪਹਿਲਾਂ ਕਦੀ ਤਵੱਜੋ ਨਹੀਂ ਸੀ ਦਿੱਤੀ। ਫਿਰ ਮਨ 'ਚ ਇੱਛਾ ਹੋਈ ਕਿ ਮੈਂ ਸਿੱਖਣੀ ਹੈ, ਪਰ ਉਸ ਸਮੇਂ ਦੇ ਵਿੱਚ ਲੜਕੀਆਂ ਦਾ ਗੱਤਕੇ ਨੂੰ ਖੇਡਣਾ ਜ਼ਿਆਦਾ ਪਸੰਦ ਨਹੀਂ ਸੀ ਕੀਤਾ ਜਾਂਦਾ, ਤੇ ਮੈਂ ਉਹਨਾਂ ਨੂੰ ਇੱਛਾ ਜ਼ਾਹਰ ਕੀਤੀ ਕਿ ਮੈਂ ਸਿੱਖਣਾ ਹੈ। ਤੇ ਕੱਲੀ ਕੁੜੀ ਦਾ ਹੋਣ ਦਾ ਕਰਕੇ ਮੈਨੂੰ ਕਹਿੰਦੇ ਵੀ ਹੋਰ ਕੋਈ ਕੁੜੀਆਂ ਹੈ ਨਹੀਂ, ਉਹ ਲੜਕਿਆਂ ਨੂੰ ਸਿਖਾਉਂਦੇ ਸੀ। ਫਿਰ ਮੈਂ ਨਾਰਾਜ਼ਗੀ ਵੀ ਜਤਾਈ ਉਹਨਾਂ ਨਾਲ, ਜਿੱਦਾਂ ਬੱਚੀ ਹੁੰਦੀ ਆ ਵੀ ਹਾਂ, ਵੀ ਮੇਰੇ ਨਾਲ ਹਿਰਖ ਕੀਤਾ ਵੀ ਮੈਂ ਨਹੀਂ, ਤੁਸੀਂ ਮੈਨੂੰ ਸਿਖਾਉਂਦੇ ਨਹੀਂ ਆ। ਫਿਰ 2-3 ਦਿਨ ਬਾਅਦ ਮੇਰੇ ਕੋਲ ਆਏ, ਫਿਰ ਦਾਦਾ ਜੀ ਮੈਨੂੰ ਕਹਿੰਦੇ ਵੀ ਇੱਦਾਂ ਕਰ ਬੇਟਾ, ਫਿਰ ਤੂੰ ਕੁੜੀਆਂ ਇਕੱਠੀਆਂ ਕਰ ਲਾ, ਫਿਰ ਸਿਖਾ ਦਿੰਦੇ ਆ। ਤੇ ਮੈਂ ਉਹਨਾਂ ਨੂੰ ਅੱਗੇ ਉਹ ਕਿਹਾ ਡਟ ਕੇ, ਮੈਂ ਕਿਹਾ ਜੀ ਜੇ ਲੜਕੀਆਂ ਆਉਣਗੀਆਂ ਹੀ ਨਹੀਂ, ਤੁਸੀਂ ਮੈਨੂੰ ਸਿਖਾਓਗੇ ਨਹੀਂ, ਵੀ ਸਾਨੂੰ ਇਸ ਖੇਡ ਤੋਂ ਵਾਂਝਾ ਰੱਖੋਗੇ ਤੁਸੀਂ, ਵੀ ਆਪਣਾ ਤਾਂ ਇਤਿਹਾਸ ਹੀ ਐਡਾ ਪੁਰਾਣਾ ਹੈ ਕਿ ਮਾਈ ਭਾਗੋ ਹੋਣਾ ਵਰਗੀਆਂ ਵੀ ਬਾਬਾ ਜੀ ਦੇ ਨਾਲ ਮੈਦਾਨ 'ਚ ਖੇਡੀਆਂ ਨੇ।
ਤੇ ਕਹਿੰਦੇ ਚਲੋ ਸੋਚਦੇ ਆ। ਫਿਰ 1.5 ਮਹੀਨੇ ਬਾਅਦ ਮੇਰੇ ਕੋਲ ਫਿਰ ਦੁਬਾਰਾ ਉਹਨਾਂ ਨੇ ਕਿਹਾ, ਕਹਿੰਦੇ ਐਂ ਕਰ ਬੇਟਾ ਫਿਰ ਤੂੰ ਆ ਜਾ ਕਰ ਖਾੜੇ ਦੇ ਵਿੱਚ। ਫਿਰ ਮੈਂ ਖਾੜੇ 'ਚ ਖੇਡਣਾ ਸ਼ੁਰੂ ਕੀਤਾ। ਲੜਕੇ ਸੀ ਸਾਰੇ। 2-3 ਦਿਨ ਹੋਏ ਖੇਡਦਿਆਂ ਨੂੰ ਤੇ ਆਸੇ-ਪਾਸੇ ਲੋਕਾਂ ਨੂੰ ਪਤਾ ਲੱਗਾ ਵੀ ਸੋਹਣ ਸਿੰਘ ਜੀ ਲੜਕੀਆਂ ਨੂੰ ਵੀ ਸਿਖਾਉਣ ਲੱਗ ਪਏ। ਫਿਰ ਮੇਰੇ ਦੇਖਾ ਦੇਖੀ 15-16 ਕੁੜੀਆਂ ਸੁਲਤਾਨਪੁਰ ਦੇ ਵਿੱਚੋਂ ਚਾਲੂ ਹੋ ਗਈਆਂ ਖੇਡਣੀਆਂ ਤੇ ਬੜਾ ਵਧੀਆ ਲੱਗਾ ਵੀ ਮੇਰੀ ਟੀਮ ਤਿਆਰ ਹੋ ਗਈ ਆ ਵੀ ਕੁੜੀਆਂ ਦੀ ਵੀ। ਉਮਰ ਕਿੰਨੀ ਕੁ ਸੀਗੀ ਉਦੋਂ ਤੁਹਾਡੀ? ਉਸ ਟਾਈਮ ਮੈਨੂੰ ਹੈਗੀ ਸੀਗੀ 13-14 ਸਾਲ ਦੀ ਉਮਰ ਸੀਗੀ ਜੀ। ਟ੍ਰੇਨਿੰਗ ਵੀ ਕਹਿੰਦੇ ਤੁਸੀਂ ਬੜੇ ਔਖੇ ਹਾਲਾਤਾਂ ਦੇ ਵਿੱਚ ਲਈ। ਇੱਕ ਤਾਂ ਘਰਦਿਆਂ ਤੋਂ ਪਹਿਲਾਂ ਨਾ ਨੁਕਰ ਕੀਤੀ ਗਈ, ਪਰ ਉੱਥੋਂ ਸਪੋਰਟ ਵੀ ਬਹੁਤ ਜ਼ਿਆਦਾ ਮਿਲੀ ਤੁਹਾਨੂੰ, ਤਾਂ ਹੀ ਅੱਜ ਇਸ ਮੁਕਾਮ ਤੇ ਵੀ ਪਹੁੰਚੇ ਹੋ। ਤਾਂ ਫਿਰ ਕਿਵੇਂ ਟ੍ਰੇਨਿੰਗ ਦੇ ਲਈ ਜਾਂਦੇ ਹੁੰਦੇ ਸੀ? ਕਿੰਨੇ ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਸੀ? ਕਿਵੇਂ ਕਰਦੇ ਸੀਗੇ? ਮੇਰੇ ਗੱਤਕਾ ਖੇਡ ਦੇ ਵਿੱਚ ਮੈਨੂੰ ਮਤਲਬ ਕਿ ਹੱਲਾਸ਼ੇਰੀ ਦੇਣ ਵਾਸਤੇ ਮੇਰੇ ਮਾਪਿਆਂ ਦਾ ਬਹੁਤ ਵੱਡਾ ਯੋਗਦਾਨ ਆ, ਕਿਉਂਕਿ ਭਰਾਵਾਂ ਦੇ ਮਨ 'ਚ ਸੀ ਥੋੜਾ ਜਿਹਾ ਕਿ ਵੀ ਨਹੀਂ ਇਹ ਮੁੰਡਿਆਂ ਵਾਲੀ ਖੇਡ ਆ, ਕਿਉਂਕਿ ਮੇਰਾ ਸ਼ੁਰੂ ਤੋਂ ਸੁਭਾਅ ਮੁੰਡਿਆਂ ਵਰਗਾ ਸੀਗਾ, ਮੁੰਡਿਆਂ ਨਾਲ ਖੇਡ ਕੇ। ਤੇ ਇਹਦੇ 'ਚ ਸੱਟਾਂ ਬੜੀਆਂ ਗੁੱਝੀਆਂ ਲੱਗਦੀਆਂ ਹੁੰਦੀਆਂ ਸਨ ਤੇ ਉਹਨਾਂ ਨੇ ਥੋੜਾ ਜਿਹਾ ਕਿਹਾ ਵੀ ਇਹਨੂੰ ਇੱਧਰ ਨੂੰ ਨਾ ਲਾਓ, ਵੀ ਇਹ ਤਾਂ ਅੱਗੇ ਇਕੱਲੇ ਬੰਦੇ ਨੂੰ ਘੇਰ ਕੇ ਖੜੀ ਹੋ ਜਾਂਦੀ, ਜੇ ਇਹਨੂੰ ਸ਼ਸਤਰ ਵਿੱਦਿਆ ਸਿਖਾਤੀ ਤੇ ਇਹਨੇ ਓਂ ਖੋਰੂ ਪੱਟ ਦੇਣਾ। ਤੇ ਪਰ ਮਾਤਾ ਜੀ ਮੇਰੇ ਨਾਲ ਜਾਂਦੇ ਸੀ ਤੇ ਸਾਡੇ ਸੁਲਤਾਨਪੁਰ 'ਚ ਇਤਿਹਾਸਿਕ ਗੁਰਦੁਆਰਾ ਹੈਗਾ, ਗੁਰਦੁਆਰਾ ਗੁਰੂ ਕਾ ਬਾਗ ਵਿਖੇ। ਸਵੇਰੇ ਤੜਕੇ 4 ਵਜੇ ਮੇਰੇ ਦਾਦਾ ਜੀ ਉੱਥੇ ਗੱਤਕੇ ਦੀ ਕਲਾਸ ਲਾਉਂਦੇ ਸੀ ਤੇ ਉਸ ਟਾਈਮ ਮੇਰੇ ਕੋਲ ਸਕੂਟਰ ਹੁੰਦਾ ਸੀ ਵੈਸਪਾ ਪੁਰਾਣਾ, ਤੇ ਮੈਂ ਚਲਾ ਲੈਂਦੀ ਸੀ। ਮੇਰੇ ਮਾਤਾ ਜੀ ਨੇ ਤੜਕੇ 4 ਵਜੇ ਮੇਰੀ ਗੱਤਕੇ ਦੀ ਸੋਟੀ, ਉਸ ਟਾਈਮ ਅਸੀਂ ਆਪਣੀ ਇਕੱਲੇ ਖਿਡਾਰੀ ਨੇ ਸੋਟੀ ਲਈ ਹੋਈ ਸੀ ਮੁੱਲ 40 ਰੁਪਏ ਦੀ ਆ ਜਾਂਦੀ ਸੀ, ਬਾਂਹ ਦੀ ਲੈ ਕੇ ਤੇ ਰੱਖੀ ਹੁੰਦੀ ਸੀ ਵੀ ਘਰੋਂ ਘਰੀ ਹਰੇਕ ਦੀ ਆਪੋ ਆਪਣੀ ਹੋਵੇ। ਬਾਲੇ ਸ਼ਸਤਰ ਨਹੀਂ ਸੀ ਸਾਡੇ ਕੋਲ ਹੈਗੇ ਤੇ ਉਹ ਲੈ ਕੇ ਬੈਠ ਜਾਣਾ ਤੇ 4 ਵਜੇ ਜਾ ਕੇ ਖਾੜੇ ਵਰਨਾ ਤੇ ਪਹਿਲਾਂ ਬਾਬਾ ਜੀ ਨੇ ਉੱਥੇ ਸੇਵਾ ਕਰਾਉਣੀ ਵੀ ਨਿਸ਼ਾਨ ਸਾਹਿਬ ਦੀ, ਝਾੜੂਬਾਰੀ ਕਰਨਾ, ਫਿਰ ਉਸ ਤੋਂ ਬਾਅਦ ਅਖਾੜਾ ਲਾਉਣਾ ਤੇ ਉੱਥੇ ਟ੍ਰੇਨਿੰਗ ਸ਼ੁਰੂ ਹੋਈ ਜੀ ਆਪਣੀ। ਫਿਰ ਸਟੱਡੀ ਵੀ ਨਾਲ ਦੀ ਨਾਲ ਚੱਲਦੀ ਸੀਗੀ? ਕਿੰਨੀ ਫਿਰ ਸਟੱਡੀ ਕੀਤੀ ਤੁਸੀਂ? ਕਿਉਂਕਿ ਧਿਆਨ ਤਾਂ ਲਗਭਗ ਜਿਸ ਤਰੀਕੇ ਦੇ ਨਾਲ ਤੁਸੀਂ ਗੱਲਬਾਤ ਵੀ ਕਰ ਰਹੇ ਹੋ ਤਾਂ ਗੱਤਕੇ ਦੇ ਨਾਲ ਅਥਾਹ ਪਿਆਰ ਹੈ ਤੁਹਾਡਾ ਇਸ ਸ਼ਸਤਰ ਵਿੱਦਿਆ ਦੇ ਨਾਲ, ਤਾਂ ਫਿਰ ਸਟੱਡੀ ਕਿਵੇਂ ਚੱਲੀ? ਕਿੱਥੇ ਤੱਕ ਪੜ੍ਹੇ ਫਿਰ ਤੁਸੀਂ? ਨਹੀਂ, ਸਟੱਡੀ ਨਹੀਂ ਬਿਲਕੁਲ ਵੀ ਮੈਂ ਛੱਡੀ, ਕਿਉਂਕਿ ਜਿਸ ਦਿਨ ਨਗਰ ਕੀਰਤਨ ਹੁੰਦਾ ਸੀ ਉਸ ਦਿਨ ਜ਼ਰੂਰ ਛੁੱਟੀ ਕੀਤੀ ਆ। ਸਟੱਡੀ ਮੇਰੀ ਪ੍ਰੋਪਰ ਚੱਲਦੀ ਰਹੀ। ਮੈਂ ਡਬਲ MA ਕੀਤੀ ਹੋਈ ਹੈ ਔਰ SP ਸਿੰਘ ਜੀ ਉਬਰਾਏ ਹੋਣਾ ਵੱਲੋਂ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਸਪੈਸ਼ਲੀ ਗੱਤਕੇ ਦੀ ਇੱਕ ਸ਼ੁਰੂ ਕੀਤੀ ਗਈ ਐਜੂਕੇਸ਼ਨ, ਗੱਤਕਾ ਡਿਪਲੋਮਾ। ਉਹਦੀ ਮੈਂ ਫਸਟ ਸਟੂਡੈਂਟ ਰਹੀ ਆ ਤੇ ਟੌਪ ਕੀਤਾ ਉਹਦੇ ਚੋਂ। ਉਸ ਤੋਂ ਅਗਲੇ ਸਾਲ ਮੇਰੀਆਂ ਸਟੂਡੈਂਟ ਸੀਗੀਆਂ, ਉਹਨਾਂ ਨੇ ਵੀ ਟੌਪ ਕੀਤਾ ਹੈ ਤੇ ਹਜੇ ਹੁਣ ਲੜਕੇ ਲੜਕੀਆਂ ਬਹੁਤ ਸਾਰੇ ਉਹਦੇ ਵਿੱਚ ਜਾ ਰਹੇ ਨੇ ਆਪਣਾ ਭਵਿੱਖ ਗਾਂ ਮਤਲਬ ਕਿ ਵਧੀਆ ਬਣਾਉਣ ਵਾਸਤੇ ਕਿ ਗੱਤਕੇ ਨੂੰ ਪ੍ਰਮੋਸ਼ਨ ਕਰੀਏ ਅਸੀਂ ਵੱਧ ਤੋਂ ਵੱਧ। ਭਾਈ ਜੀ ਕਿਹੜੀ ਕੰਟਰੀਜ਼ ਦੇ ਵਿੱਚ ਵੀ ਮੈਂ ਸੁਣਿਆ ਵੀ ਤੁਸੀਂ ਪ੍ਰਮੋਟ ਕਰਕੇ ਆਏ ਹੋ ਗੱਤਕੇ ਨੂੰ, ਜਾਂ ਕੈਂਪ ਵੀ ਲਗਾ ਕੇ ਆਓ? ਕਿਹੜੀ ਕੰਟਰੀਜ਼ ਦੇ ਵਿੱਚ ਹੁਣ ਤੱਕ ਤੁਸੀਂ ਜਾ ਚੁੱਕੇ ਹੋ? ਸਭ ਤੋਂ ਪਹਿਲਾਂ ਤੇ ਮੈਂ ਗੁਰੂ ਮਹਾਰਾਜ ਦੀ ਧਰਤੀ ਨਨਕਾਣਾ ਸਾਹਿਬ ਗਈ ਸੀ ਜੀ, ਔਰ ਉੱਥੇ ਵੀ ਪਹਿਲੀ ਵਾਰੀ ਇਤਿਹਾਸ ਹੋਇਆ ਕਿ ਕੋਈ ਲੜਕੀ ਗੱਤਕਾ ਖੇਡਣ ਆਈ ਹੈ। SGPC ਵੱਲੋਂ ਸਾਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਦੇ ਸਮਾਗਮ ਦੇ ਸੰਬੰਧ ਵਿੱਚ ਉੱਥੇ ਭੇਜਿਆ ਗਿਆ ਸੀ ਤੇ ਸਾਡਾ 15 ਦਿਨਾਂ ਦਾ ਵੀਜ਼ਾ ਸੀ। 13 ਦਿਨ ਲਗਾਤਾਰ ਅਸੀਂ ਹਰ ਇੱਕ ਗੁਰਦੁਆਰੇ 'ਚ ਖਾੜੇ ਲਾਏ ਨੇ ਤੇ ਉਸ ਤੋਂ ਬਾਅਦ ਅਗਲੇ ਸਾਲ ਉਹਨਾਂ ਨੇ ਜਦੋਂ ਅਸੀਂ ਵਾਪਸ ਆ ਗਏ ਫਿਰ ਮੈਨੂੰ ਸੱਦਿਆ ਕਿ ਉਹ ਕੁੜੀ ਨੂੰ ਜ਼ਰੂਰ ਲੈ ਕੇ ਆਓ। ਫਿਰ ਉਸ ਟਾਈਮ ਤੇ ਅਸੀਂ 2 ਜਾਣੀਆਂ ਲੜਕੀਆਂ ਗਈਆਂ ਸੀ, ਮੈਂ ਇੱਕ ਹੋਰ ਨੂੰ ਨਾਲ ਲੈ ਕੇ ਗਈ ਸੀਗੀ ਤੇ ਬਾਕੀ ਸਾਰੇ ਲੜਕੇ ਸੀ। ਬਹੁਤ ਵਧੀਆ ਉੱਤੇ ਉਤਸ਼ਾਹ ਮਿਲਿਆ। ਈਵਨ ਕਿ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਤੁਸੀਂ ਇੱਥੇ ਰਹਿ ਕੇ ਸਾਡੀਆਂ ਕੁੜੀਆਂ ਨੂੰ ਟ੍ਰੇਨਿੰਗ ਦਿਓ, ਕਿਉਂਕਿ ਉੱਥੋਂ ਦੇ ਜੋ ਹਾਲਾਤ ਨੇ ਸਿੱਖ ਬੀਬੀਆਂ ਵਾਸਤੇ ਉਹ ਚੰਗੇ ਨਹੀਂ ਸਨ ਤੇ ਉਹਨਾਂ ਨੇ ਵੀ ਪਹਿਲੀ ਵਾਰੀ ਦੇਖਿਆ ਸੀਗਾ ਵੀ ਕੋਈ ਲੜਕੀ ਗੱਤਕੇ ਦੇ ਵਿੱਚ ਖੇਡਦੀ ਆ ਵੀ ਇਹ ਮਰਦਾਵੀ ਖੇਡ ਨੂੰ ਮਰਦਾਂ ਵਾਂਗੂ ਡਟ ਕੇ ਲੈਂਦੀ ਆ, ਨਜਿੱਠਦੀ ਆ। ਤੇ ਉੱਥੋਂ ਦੇ ਲੋਕਾਂ ਨਾਲ ਵੀ ਬਹੁਤ ਉਤਸ਼ਾਹ ਮਿਲਿਆ, ਬੜਾ ਸਤਿਕਾਰ ਮਿਲਿਆ। ਉਸ ਤੋਂ ਬਾਅਦ ਵਿੱਚ ਆ ਕੇ ਮੈਂ ਸਿੱਚੇਵਾਲ ਦੀ ਟੀਮ ਦੀਆਂ ਲੜਕੀਆਂ ਨੂੰ ਸਿੰਗਾਪੁਰ, ਮਲੇਸ਼ੀਆ ਇੱਧਰਲੇ ਬੰਨੇ ਅਸੀਂ ਖੇਡ ਕੇ ਆਏ ਆ। ਗੁਰਪੁਰਬ ਸੀ ਗੁਰੂ ਨਾਨਕ ਪਾਤਸ਼ਾਹ ਦਾ ਔਰ ਦੀਵਾਲੀ ਦੀ ਜਿਹੜੀ ਆਪਣੀ ਸੀਗੀ ਉਹ ਸਿੰਗਾਪੁਰ ਵਿਖੇ ਉਹਦੇ ਸਮਾਗਮ ਦੇ ਵਿੱਚ ਵੀ ਖੇਡੇ ਨੇ ਬੱਚੇ। ਉਸ ਤੋਂ ਇਲਾਵਾ ਮੈਂ ਫਿਨਲੈਂਡ ਦੇ ਵਿੱਚ, ਇਸਟੋਨੀਆ ਤੇ ਜਰਮਨ ਦੇ ਵਿੱਚ ਕੈਂਪ ਲਗਾਏ ਹੋਏ ਨੇ ਗੱਤਕੇ ਦੇ। ਤੇ ਜਦੋਂ ਜਾਂਦੀ ਆ ਕਈ ਵਾਰੀ ਤਾਂ ਹੁੰਦਾ ਕਿ ਗੁਰਦੁਆਰਾ ਸਾਹਿਬ ਵੱਲੋਂ ਬੁਲਾਇਆ ਜਾਂਦਾ ਸਪੈਸ਼ਲੀ ਟ੍ਰੇਨਿੰਗ ਲਈ ਬੱਚਿਆਂ ਲਈ ਕੈਂਪ ਲਈ, ਤੇ ਕਈ ਵਾਰੀ ਮੈਂ ਜਦੋਂ ਆਪ ਟੂਰ ਤੇ ਜਾਂਦੀ ਆ ਮੈਂ ਦੇਖ ਲਈ ਨਹੀਂ ਕਿ ਨਜ਼ਦੀਕ ਕੋਈ ਗੁਰਦੁਆਰਾ ਜ਼ਰੂਰ ਹੋਵੇ ਕਿ ਮੈਂ ਜੇ ਗਈ ਆ ਤੇ ਬੱਚਿਆਂ ਨੂੰ ਦੁਮਾਲਿਆਂ ਦੀ ਟ੍ਰੇਨਿੰਗ, ਸ਼ਸਤਰ ਵਿੱਦਿਆ ਦੀ ਟ੍ਰੇਨਿੰਗ ਦੇ ਕੇ ਆਵਾਂ ਤੇ ਉਹ ਬੱਚੇ ਜੁੜ ਜਾਂਦੇ ਨੇ, ਵਧੀਆ ਲੱਗਦਾ ਬਾਹਰ ਸਿਖਾ ਕੇ ਜੀ। ਤਾਂ ਜੀਵਨ ਵੀ ਤੁਹਾਡਾ ਬਹੁਤ ਵਧੀਆ ਚੱਲ ਰਿਹਾ। ਮੈਂ ਸੁਣਿਆ ਤੁਸੀਂ ਵਿਆਹ ਵੀ ਨਹੀਂ ਕਰਵਾਇਆ, ਲਗਾਤਾਰ ਤੁਸੀਂ ਖੇਡ ਦੇ ਨਾਲ ਇੰਨੇ ਜੁੜੇ ਹੋਏ ਹੋ। ਨਹੀਂ, ਇਹ ਤਾਂ ਨਾ ਗੱਲ ਖੇਡ ਦੀ ਨਹੀਂ ਹੈ। ਮੇਰੀ ਸ਼ੁਰੂ ਤੋਂ ਜਿਹੜੀ ਰੁਚੀ ਦਾ ਮਰਦਾਵੇਂ ਕੰਮਾਂ ਵੱਲ ਜ਼ਿਆਦਾ ਸੀਗੀ ਤੇ ਫੈਮਿਲੀ ਨੂੰ ਵੀ ਇਹ ਰਹਿੰਦਾ ਸੀ ਵੀ ਇਹ ਲੱਗਦਾ ਵੀ ਇਹਨੇ ਕਰਾਉਣਾ ਨਹੀਂ, ਤੇ ਮੈਂ ਉਦੋਂ ਡਿਸੀਜਨ ਦੇ ਦਿੱਤਾ ਸੀਗਾ ਕਿਉਂਕਿ ਸਾਡੇ ਸਮਾਜ ਦੇ ਵਿੱਚ ਇਹ ਹੈਗਾ ਕਿ ਕੁੜੀ ਨੇ BA ਕਰ ਲਈ ਹੈ, ਹੁਣ ਕੋਈ ਰਿਸ਼ਤਾ ਦੇਖ ਲਈਏ। ਪਰ ਮੇਰੀ ਫੈਮਿਲੀ ਨੇ ਮੈਨੂੰ ਇਸ ਗੱਲ ਵਾਸਤੇ ਕਦੀ ਵੀ ਮੇਰੇ ਤੇ ਪ੍ਰੈਸ਼ਰ ਨਹੀਂ ਕੀਤਾ ਤੇ ਉਹ ਕਹਿੰਦੇ ਬੇਟਾ ਤੁਸੀਂ ਵਧੀਆ ਅਹੁਦੇ ਤੇ ਪਹੁੰਚੋ, ਪੜ੍ਹੋ ਲਿਖੋ, ਤਾਂ ਕਿ ਲੋਕ ਇਹ ਨਾ ਕਹਿਣ ਕਿ ਅਸੀਂ ਬੇਟੀ ਨੂੰ ਘਰੇ ਰੱਖ ਲਿਆ, ਕਿਉਂਕਿ ਪੇਰੈਂਟਸ ਦੀ ਹਮੇਸ਼ਾ ਚਿੰਤਾ ਹੁੰਦੀ ਹੈ। ਤੇ ਮੇਰੇ ਬ੍ਰਦਰ ਨੇ ਵੀ ਪਰ ਮੈਨੂੰ ਇਸ ਗੱਲ 'ਚ ਕਿਹਾ ਕਿ ਮੈਂ UPSC ਦਾ ਟੈਸਟ ਵੀ ਦਿੱਤਾ ਸੀਗਾ, ਮੇਰਾ ਟਾਰਗੇਟ ਵੈਸੇ IPS ਬਣਨ ਦਾ ਸੀਗਾ, ਪਰ ਫਿਰ ਬ੍ਰਦਰ ਦੀ ਡੈਥ ਹੋਣ ਕਾਰਨ
ਮੇਰੀ ਉਹ ਐਜੂਕੇਸ਼ਨ ਵਿੱਚ ਹੀ ਰਹਿ ਗਈ ਤੇ ਮੈਂ ਕਲੀਅਰ ਨਹੀਂ ਕਰ ਪਾਈ। ਪਰ ਕਹਿੰਦੇ ਹੁੰਦੇ ਜੋ ਮਹਾਰਾਜ ਕਰਦੇ ਨੇ ਵੀ ਸ਼ਾਇਦ ਸੋਚ ਸਮਝ ਕੇ ਮੇਰੇ ਲਈ ਵਧੀਆ ਕੀਤਾ ਕਿ ਜੇ ਮੈਂ ਉੱਧਰ ਚਲੇ ਜਾਂਦੀ ਫਿਰ ਮੈਂ ਗੱਤਕੇ ਵੱਲੋਂ ਹਟ ਜਾਣਾ ਸੀਗਾ ਤੇ ਗੱਤਕੇ ਦੀ ਸੇਵਾ ਮੇਰੀ ਅਧੂਰੀ ਰਹਿ ਜਾਣੀ ਸੀ। ਅੱਛਾ ਭੈਣ ਜੀ, ਫਿਰ ਰਿਸ਼ਤੇਦਾਰਾਂ ਦਾ ਕਿਸ ਤਰੀਕੇ ਦਾ ਰਵੱਈਆ ਤੁਹਾਡੇ ਪ੍ਰਤੀ ਜਾਂ ਨਜ਼ਰੀਆ ਕਿਸ ਤਰੀਕੇ ਦਾ? ਵਿਆਹ ਵੀ ਨਹੀਂ ਕਰਵਾਇਆ, ਸੁਭਾਵਿਕ ਤੌਰ ਦੇ ਉੱਤੇ ਰਿਸ਼ਤੇਦਾਰ ਕੁਝ ਹੋਰ ਨਾ ਪੁੱਛਣ, ਇੱਕ ਗੱਲ ਦਾ ਪ੍ਰੈਸ਼ਰ ਤਾਂ ਜ਼ਰੂਰ ਪਾਉਂਦੇ ਆ ਵੀ ਵਿਆਹ ਕਰਾ ਲੈ, ਹੁਣ ਉਮਰ ਹੋ ਗਈ ਹੈ। ਦੂਸਰੇ ਪਾਸੇ ਇਹ ਜਿਹੜੀ ਤੁਸੀਂ ਦੱਸ ਰਹੇ ਹੋ ਵੀ ਮਰਦਾਂ ਵਾਲੀ ਖੇਡ ਸੀਗੀ, ਤਾਂ ਫਿਰ ਰਿਸ਼ਤੇਦਾਰਾਂ ਦਾ ਕਿਸ ਤਰੀਕੇ ਦਾ ਨਜ਼ਰੀਆ ਸੀ, ਕਿਸ ਤਰੀਕੇ ਦੀ ਜਿਹੜੀ ਹੈ ਰਿਐਕਸ਼ਨ ਸੀਗੀ ਉਹਨਾਂ ਦੀ? ਹਾਂਜੀ, ਕੁਛ ਰਿਸ਼ਤੇਦਾਰਾਂ ਨੇ ਬੜਾ ਸਪੋਰਟ ਕੀਤਾ, ਖੁਸ਼ ਹੁੰਦੇ ਸੀ ਦੇਖ ਕੇ, ਖਾਸ ਕਰਕੇ ਦਾਦਕਿਆਂ ਵੱਲੋਂ ਬੜਾ, ਕਿਉਂਕਿ ਨਿਹੰਗ ਸਿੰਘ ਸੀ ਸ਼ੁਰੂ ਤੋਂ, ਜਿੰਨੀਆਂ ਮੇਰੇ ਭੂਆ ਸੀਗੀਆਂ, ਈਵਨ ਕਿ ਮੇਰੇ ਮੰਮੀ ਦੀਆਂ ਕਜ਼ਨ, ਉਹਨਾਂ ਨੇ ਬੜਾ ਮੈਨੂੰ ਉਤਸ਼ਾਹ ਦਿੱਤਾ। ਕੁਝ ਕੁ ਰਿਸ਼ਤੇਦਾਰ ਹੁੰਦੇ ਆ ਜਿਹੜੇ ਲੱਤ ਖਿੱਚਣ ਵਾਲੇ, ਉਹ ਕਹਿ ਦਿੰਦੇ ਨੇ ਵੀ ਇਹਦਾ ਹੁਣ ਵਿਆਹ ਕਰ ਲਓ, ਵੀ ਇੱਕ ਬ੍ਰਦਰ ਹੋਣ ਕਰਕੇ ਨਾ, ਜੇ ਉਹਨਾਂ ਦੀ ਡੈਥ ਹੋਣ ਕਰਕੇ ਵੀ ਨਹੀਂ ਹੁਣ ਕੁੜੀ ਨੂੰ ਵਿਆਹ ਲਓ। ਪਰ ਮੇਰੇ ਫਾਦਰ ਉਹਨਾਂ ਨੇ ਕਿਹਾ ਕਿ ਸਾਡੀ ਬੇਟੀ ਦਾ ਡਿਸੀਜਨ ਆ, ਅਸੀਂ ਉਹਦੇ ਤੇ ਨਹੀਂ ਥੋਪਦੇ ਹੈਗੇ, ਵੀ ਜੇ ਉਹਦੀ ਇੱਛਾ ਹੋਏਗੀ। ਮੈਂ ਉਹਨਾਂ ਨੂੰ ਇੱਛਾ ਪਹਿਲਾਂ ਹੀ ਪ੍ਰਗਟ ਕਰਤੀ ਸੀ ਕਿ ਮੈਂ ਇਸ ਮੈਰਿਜ ਲਾਈਫ ਵੱਲ ਮੇਰਾ ਵੀ ਨਾ ਆ ਜੀ, ਮੈਂ ਇੱਧਰ ਜਾ ਨਹੀਂ ਸਕਦੀ, ਵੱਜ ਕੇ ਨਹੀਂ ਬਹਿ ਸਕਦੀ। ਕੁਛ ਹੁਣ ਲੋਕਾਂ ਦੀ ਇਹ ਥਿੰਕਿੰਗ ਹੋ ਗਈ ਹੈ ਕਿ ਮੈਂ ਆਪਣੇ ਮਾਤਾ ਪਿਤਾ ਕਰਕੇ ਨਹੀਂ ਵਿਆਹ ਕਰਾਇਆ। ਕੁਛ ਹੁਣ ਇਹ ਵੀ ਕਾਰਨ ਨੇ ਕਿਉਂਕਿ ਇਸ ਟਾਈਮ ਫੈਮਿਲੀ 'ਚ ਉਹਨਾਂ ਨੂੰ ਦੇਖਣ ਵਾਲਾ ਕੋਈ ਨਹੀਂ ਹੈ ਤੇ ਬਾਕੀ ਸਾਰੇ ਸੈਟਲ ਨੇ ਤੇ ਫਾਦਰ ਸਾਹਿਬ ਥੋੜਾ ਬਿਮਾਰ ਹੋਣ ਕਰਕੇ ਮੰਜੇ ਤੇ ਨੇ। ਮੈਂ ਉਹਨਾਂ ਦੀ ਵੀ ਦੇਖਭਾਲ ਕਰਦੀ ਹਾਂ, ਮਾਤਾ ਦੀ ਵੀ ਦੇਖਭਾਲ ਕਰਦੀ ਹਾਂ, ਗੱਤਕੇ 'ਚ ਵੀ ਸਮਾਂ ਦਿੰਦੀ ਹਾਂ। ਪਰ ਮੈਰਿਜ ਲਾਈਫ ਦਾ ਹਮੇਸ਼ਾ ਇਹ ਟੌਪਿਕ ਹਰ ਚੈਨਲ ਵਾਲੇ ਪੁੱਛਦੇ ਆ ਜੀ, ਇਹ ਇਕੱਲਾ ਹੀ ਤੁਹਾਡੀ ਨਹੀਂ ਹੈ, ਕਿਉਂਕਿ ਸਾਡਾ ਸਮਾਜ ਦੇ ਵਿੱਚ ਲੜਕੀਆਂ ਦਾ ਨਾ ਇੱਕ ਪਛਾਣ ਸਿਰਫ ਮੈਰਿਜ ਤੇ ਬਣਾ ਦਿੱਤੀ ਹੈ। ਠੀਕ ਹੈ ਜੀ, ਜੇ ਅਸੀਂ ਇਹੀ ਚੀਜ਼ ਵਿਦੇਸ਼ਾਂ ਵਿੱਚ ਦੇਖਦੇ ਆ, ਉੱਥੇ ਕੋਈ ਕਿਸੇ ਤੇ ਪ੍ਰੈਸ਼ਰਾਈਜ਼ ਨਹੀਂ ਕੀਤਾ ਜਾਂਦਾ, ਆਪਣੀ ਲਾਈਫ ਨੂੰ ਬੱਚੇ ਆਪ ਜੀਂਦੇ ਨੇ ਆਪਣੀ ਮਰਜ਼ੀ ਦੇ ਨਾਲ। ਤੇ ਸਾਡੇ ਹਜੇ ਉਸ ਚੀਜ਼ ਨੂੰ ਸਮਾਂ ਲੱਗੇਗਾ, ਤਬਦੀਲੀ ਆਉਣ ਦੇ ਵਿੱਚ ਸਮਾਂ ਲੱਗ ਸਕਦਾ ਹੈ। ਅੱਛਾ ਭੈਣ, ਜਿਵੇਂ ਤੁਸੀਂ ਕਿਹਾ ਵੀ ਗੱਤਕੇ ਨੂੰ ਸਮਾਂ ਦੇਣਾ ਪੈਂਦਾ, ਤਾਂ ਬਹੁਤ ਸਾਰੇ ਆਪਾਂ ਸਟੂਡੈਂਟਸ ਵੀ ਦੇਖ ਰਹੇ ਆ। ਕਿੰਨੇ ਸਟੂਡੈਂਟਸ ਨੇ ਹੁਣ ਤੱਕ ਤੁਹਾਡੇ ਕੋਲ ਟ੍ਰੇਨਿੰਗ ਲੈ ਚੁੱਕੇ ਨੇ ਜਾਂ ਲੈ ਰਹੇ ਨੇ? ਜੇ ਤਾਂ ਗਿਣਤੀ ਕਵਾਂ ਵੀ ਹੁਣ ਤੱਕ ਤੇ ਉਹ ਮੈਨੂੰ ਵੀ ਸ਼ਾਇਦ ਯਾਦ ਨਹੀਂ ਹੋਣਾ, ਵੀ 2-3 ਹਜ਼ਾਰ ਦੇ ਕਰੀਬ ਹੋ ਗਿਆ ਹੋਣਾ, ਕਿਉਂਕਿ 120 ਬੱਚੇ ਤਾਂ ਨੈਸ਼ਨਲ ਦੇ ਵਿੱਚ ਕੈਂਪ ਅਟੈਂਡ ਕਰਦੇ ਨੇ ਮੇਰੇ ਕੋਲ ਤੇ ਉਹ ਸਾਲ ਦੇ ਵਿੱਚ 2-3 ਵਾਰੀ ਅਸੀਂ ਕਰਵਾਈ ਦਈਦਾ। ਉਸ ਤੋਂ ਇਲਾਵਾ ਸਾਡੀਆਂ ਅਕੈਡਮੀਜ਼ ਨੇ, ਸੰਤ ਬਾਬਾ ਲੀਡਰ ਸਿੰਘ ਜੀ ਹੁਣਾਂ ਵੱਲੋਂ ਗੁਰਦੁਆਰਾ ਗੁਰਸਰ ਸਾਹਿਬ ਵਿਖੇ ਮੀਰੀ ਪੀਰੀ ਅਕੈਡਮੀ ਚੱਲ ਰਹੀ ਹੈ, ਜਿਹਦੇ ਵਿੱਚ ਅਸੀਂ ਉਹਦੀਆਂ ਅਲੱਗ-ਅਲੱਗ ਬ੍ਰਾਂਚਾਂ ਖੋਲ੍ਹੀਆਂ ਹੋਈਆਂ ਲਾਗੇ ਛਾਗੇ ਦੇ ਪਿੰਡਾਂ ਦੀਆਂ, ਜਿੱਦਾਂ ਪਿੰਡ ਭੁਲਾਣਾ ਹੋਇਆ, ਲਾਗੇ ਦੇ ਜਿੰਨੇ ਆ ਉੱਚਾ ਬੇਟ ਹੋਇਆ, ਸਾਰੇ ਬੰਨੇ ਖੋਲ੍ਹੀਆਂ ਹੋਈਆਂ ਤੇ ਉਹ 'ਚੋਂ ਬੱਚੇ ਆ ਰਹੇ ਨੇ। ਤੇ ਇਸ ਤੋਂ ਇਲਾਵਾ ਹੈਗਾ ਏਕ ਓਂਕਾਰ ਚੈਰੀਟੇਬਲ ਟਰਸਟ, ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ, ਉਹਨਾਂ ਵੱਲੋਂ ਸਭ ਤੋਂ ਮੇਰੀ ਮੇਨ ਅਕੈਡਮੀ ਉਹ ਹੈ ਜੀ, ਕਿਉਂਕਿ ਉਹ ਨੈਸ਼ਨਲ ਪੱਧਰ ਦੀ ਹੈ। ਉੱਥੇ ਹਰ ਸਾਲ ਅਸੀਂ ਏਕ ਓਂਕਾਰ ਨੈਸ਼ਨਲ ਗੱਤਕਾ ਕੱਪ ਕਰਵਾਈਦਾ ਸਪੋਰਟਸ ਕਿੱਟ ਦੇ ਵਿੱਚ। ਸੈਫਲਾਬਾਦ ਅਸੀਂ ਵਿਰਸਾ ਸੰਭਾਲ ਕਰਵਾਉਂਦੇ ਹਾਂ ਸਾਬਤ ਸੂਰਤ ਬਾਣਿਆਂ ਦੇ ਵਿੱਚ ਬੱਚਿਆਂ ਦਾ, ਤੇ ਜਿਹੜਾ ਸੀਚੇਵਾਲ 'ਚ ਆ ਉਹ ਸਪੋਰਟਸ ਕਿੱਟ 'ਚ ਹੁੰਦਾ, ਕਿਉਂਕਿ ਉਹਦੇ ਵਿੱਚ ਇਹ ਹੈਗਾ ਕਿ ਹਰ ਇੱਕ ਧਰਮ ਦਾ ਬੱਚਾ ਉਹਦੇ ਵਿੱਚ ਪਾਰਟਿਸਿਪੇਸ਼ਨ ਕਰ ਸਕਦਾ ਹੈ। ਸਾਡੇ ਕੋਲ 15-16 ਸਟੇਟ ਆਉਂਦੀਆਂ ਨੇ ਤੇ ਸਾਨੂੰ ਉਹ ਸਾਡਾ ਦੇਖਦੇ ਨੇ ਵੀ ਅਸੀਂ ਜਦੋਂ ਸਟਾਰਟਿੰਗ ਡੈਮੋ ਦਿੰਦੇ ਆ ਬਾਣਿਆਂ ਦੇ ਵਿੱਚ ਬੱਚਿਆਂ ਨਾਲ, ਉਹ ਖੁਸ਼ ਹੁੰਦੇ ਦੇਖ ਕੇ। ਸਾਨੂੰ ਉਹਨਾਂ ਦਾ ਜਿੱਦਾਂ ਕੈਲਰਾ ਪੱਟੂ ਹੋਇਆ, ਗੁਜਰਾਤ ਦੀਆਂ ਅਲੱਗ-ਅਲੱਗ ਸਟੇਟਾਂ ਦੀਆਂ ਜਿਹੜੀਆਂ ਗੇਮਾਂ ਦੇਖਣ ਦਾ ਮੌਕਾ ਮਿਲਦਾ ਤੇ ਇੱਕ ਵਧੀਆ ਮਾਹੌਲ ਪੈਦਾ ਹੋ ਜਾਂਦਾ ਪਰਿਵਾਰ ਦਾ। ਤੇ ਉੱਥੋਂ ਫਿਰ ਦੋ ਰੂਪ ਨਿਕਲਦੇ ਨੇ, ਜਿਵੇਂ ਇੱਕ ਤੁਸੀਂ ਸਪੋਰਟਸ ਵਾਲੇ ਪਾਸੇ ਦਾ ਕਿਹਾ, ਤਾਂ ਦੂਸਰੇ ਪਾਸੇ ਗੱਤਕੇ ਦਾ ਜਿਹੜਾ ਸਾਬਤ ਸੂਰਤ ਸਿੱਖ ਬੱਚੇ ਜਿਹੜੇ ਨੇ ਉਹ ਪਰਫਾਰਮ ਕਰਦੇ ਨੇ ਜੀ। ਗੱਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਨਾ ਇੱਕ ਰੂਲ ਬੁੱਕ ਲਾਗੂ ਕੀਤੀ ਗਈ ਆ, ਉਹਦੇ ਵਿੱਚ ਅਸੀਂ 2 ਤਰ੍ਹਾਂ ਦੇ ਟੂਰਨਾਮੈਂਟ ਕਰਵਾਉਂਦੇ। ਇੱਕ ਵਿਰਸਾ ਸੰਭਾਲ, ਜੋ ਸਿਰਫ ਸਾਬਤ ਸੂਰਤ ਬੱਚੇ ਬਾਣੀ ਤੇ ਬਾਣੇ ਦੇ ਧਾਰਨੀ ਉਹੀ ਹਿੱਸਾ ਲੈ ਸਕਦੇ ਆ ਤੇ ਉਹਨਾਂ ਨੂੰ ਹੀ ਬੁਲਾਇਆ ਜਾਂਦਾ। ਦੂਸਰਾ ਟੂਰਨਾਮੈਂਟ ਹੈਗਾ ਸਪੋਰਟਸ ਕਿੱਟ ਦੇ ਵਿੱਚ, ਕਿਉਂਕਿ ਸਾਡਾ ਉਹ ਵੀ ਕਰਾਉਣਾ ਬਹੁਤ ਲਾਜ਼ਮੀ ਆ, ਕਿਉਂਕਿ ਜੇਕਰ ਅਸੀਂ ਗੇਮ ਨੂੰ ਕੱਲਾ ਧਰਮ 'ਚ ਬੰਨ੍ਹ ਕੇ ਰੱਖ ਲਾਂਗੇ ਤੇ ਦੂਸਰੀਆਂ ਸਟੇਟਾਂ ਜਾਂ ਦੂਸਰੇ ਦੇਸ਼ਾਂ ਦੇ ਵਿੱਚ ਸਾਡਾ ਥੋੜਾ ਪ੍ਰਚਾਰ ਘੱਟ ਹੋ ਜਾਏਗਾ। ਜਿੱਦਾਂ ਹੁਣ ਅਸੀਂ ਸ਼ਾਓਲਿਨ ਦੀ ਗੱਲ ਕਰ ਲਈਏ, ਜੇ ਜਾਪਾਨ ਵਾਲੇ ਜਾਂ ਕੋਰੀਆ ਵਾਲੇ, ਚਾਈਨਾ ਵਾਲੇ ਆਪਣੀ ਗੇਮ ਨੂੰ ਸਿਰਫ ਧਰਮ ਦੇ ਵਿੱਚ ਬੰਨ੍ਹ ਕੇ ਰੱਖ ਲੈਂਦੇ, ਮੱਠਾਂ ਤੱਕ ਸੀਮਤ ਰੱਖਦੇ, ਤਾਂ ਵਰਲਡ ਲੈਵਲ ਦੇ ਵਿੱਚ ਓਲੰਪਿਕ ਤੱਕ ਉਹਨਾਂ ਦੀ ਗੇਮ ਨਾ ਪਹੁੰਚਦੀ। ਹੁਣ ਸਾਡਾ ਵੀ ਟਾਰਗੇਟ ਇਹ ਆ, ਇਸੇ ਕਰਕੇ ਅਸੀਂ ਗੱਤਕਾ ਫੈਡਰੇਸ਼ਨ ਆਫ ਇੰਡੀਆ ਨੇ ਰੂਲ ਬੁੱਕ ਬਣਾਈ ਆ, ਜਿਸ ਦੇ ਅਨੁਸਾਰ ਕੱਲੇ ਪੁਆਇੰਟ ਨਿਸ਼ਚਿਤ ਕੀਤੇ ਗਏ ਨੇ, ਬਾਡੀ ਦੇ ਉੱਤੇ ਕਿੱਥੇ ਟੱਚ ਕਰਨਾ, ਕਿੱਥੇ ਪੁਆਇੰਟ ਲੈਣਾ, ਕੀ ਫਾਉਲਸ ਨੇ। ਰੈਫਰੀ ਕਾਉਂਸਲ ਪੂਰੀ ਤਿਆਰ ਕੀਤੀ ਗਈ ਆ। ਹੁਣ ਵੀ ਅਸੀਂ 2-3 ਅਕਤੂਬਰ ਨੂੰ ਨੈਸ਼ਨਲ ਕੱਪ ਕਰਵਾਉਣ ਜਾ ਰਹੇ ਆ। ਸਟੇਟ ਹੁੰਜੇ ਹੋ ਕੇ ਹਟੀ ਆ, ਉਹਦੇ ਵਿੱਚ ਵੱਖ-ਵੱਖ ਰਾਜ ਆਉਣਗੇ ਤੇ ਪੰਜਾਬ ਦੀ ਜਿਹੜੀ ਆ ਪੰਜਾਬ ਗੱਤਕਾ ਐਸੋਸੀਏਸ਼ਨ ਨੂੰ ਓਲੰਪਿਕ ਦੇ ਵਿੱਚੋਂ ਮਾਨਤਾ ਮਿਲ ਗਈ ਹੋਈ ਆ ਔਰ ਫਾਈਲ ਲੱਗੀ ਹੋਈ ਆ ਕਿ ਇੰਡੀਆ ਦੀ ਵੀ ਮਿਲ ਜਾਵੇ। ਉਸ ਤੋਂ ਇਲਾਵਾ ਛੇਤੀ ਓਲੰਪਿਕ ਦੇ ਵਿੱਚ ਸਾਡੀ ਗੇਮ ਸ਼ਾਮਲ ਹੋਵੇ। ਹਰਦਮ ਇਹੀ ਹਰੇਕ ਖਿਡਾਰੀ ਅਰਦਾਸ ਕਰ ਰਿਹਾ ਹੈ। ਤਾਂ ਬਿਲਕੁਲ, ਚਲੋ ਅਰਦਾਸ ਕਰ ਰਹੇ ਹਾਂ ਤਾਂ ਅਰਦਾਸ ਇੱਕ ਦਿਨ ਜ਼ਰੂਰ ਪੂਰੀ ਹੋਵੇਗੀ। ਥੋੜਾ ਜਿਹਾ ਮੈਨੂੰ ਹੁਣ ਆਪਣੀ ਟੀਮ ਦੇ ਬਾਰੇ ਜਾਣਕਾਰੀ ਦੱਸ ਦਿਓ। ਜਿਵੇਂ ਹੁਣ ਆਪਾਂ ਭੈਣਾਂ ਹੀ ਦੇਖ ਰਹੇ ਹਾਂ, ਤਾਂ ਭੈਣਾਂ ਨੂੰ ਅੱਗੇ ਲੈ ਕੇ ਆਉਣਾ ਕਿੰਨਾ ਕੁ ਮੁਸ਼ਕਲ ਹੈ? ਇਹਨਾਂ ਦੇ ਮਾਪਿਆਂ ਨੂੰ ਅਪਰੋਚ ਕਰਨਾ ਜਾਂ ਇਹ ਤੁਹਾਡੇ ਤੱਕ ਅਪਰੋਚ ਕਰਦੇ ਨੇ, ਫਿਰ ਕਨਵਿੰਸ ਕਰਨਾ ਉਹਨਾਂ ਨੂੰ, ਜਾਂ ਇਹ ਬੱਚੇ ਕਿਵੇਂ ਕਨਵਿੰਸ ਕਰਦੇ ਨੇ?
ਮੈਂ ਜਿੱਦਾਂ ਪਹਿਲਾਂ ਹੀ ਦੱਸਿਆ, ਮੈਂ ਆਪਣੀ ਲਾਈਫ ਤੋਂ ਹੀ ਦੱਸਿਆ ਸੀਗਾ ਕਿ ਕੁਝ ਇਦਾਂ ਦੇ ਲੋਕ ਹੁੰਦੇ ਨੇ ਆਂਢ ਗੁਆਂਢ ਵਾਲੇ ਲੱਤਾਂ ਖਿੱਚਣ ਵਾਲੇ ਕਿ ਇਹ ਕੁੜੀ ਨੂੰ ਚੁੱਲ੍ਹੇ ਚੌਂਕੇ ਤੱਕ ਸੀਮਿਤ ਰੱਖੋ, ਇਹਨੂੰ ਕੀ ਮਰਦਾਵੇਂ ਖੇਡਦੇ ਆ। ਪਿੰਡਾਂ ਦੀਆਂ ਲੜਕੀਆਂ ਨੂੰ ਜ਼ਿਆਦਾ ਮੁਸ਼ਕਿਲ ਆਉਂਦੀ ਹੈ ਇਸ ਚੀਜ਼ ਦੇ ਵਿੱਚ। ਪਰ ਹੁਣ ਅਸੀਂ ਦੇਖਦੇ ਹਾਂ ਜਦੋਂ ਦਾ ਮਹਾਂਪੁਰਸ਼ਾਂ ਨੇ ਆਪਣੀਆਂ ਅਕੈਡਮੀ ਸਟਾਰਟ ਕਰ ਲਈਆਂ, ਉਹਦੇ ਵਿੱਚ ਲੜਕੀਆਂ ਬੜੀਆਂ ਵੱਧ ਚੜ ਕੇ ਹਿੱਸਾ ਲੈ ਰਹੀਆਂ। ਪਹਿਲਾਂ ਸਾਨੂੰ ਬੇਨਤੀ ਕਰਨੀ ਪੈਂਦੀ ਵੀ ਸੀ, ਜੇ ਕੋਈ ਪਰਿਵਾਰ ਆਂਦਾ ਸੀਗਾ ਵੀ ਸਾਡੇ ਬੇਟੇ ਨੂੰ ਸਿਖਾ ਦਿਓ, ਤਾਂ ਅਸੀਂ ਕਹਿੰਦੇ ਸੀ ਬੇਟੀ ਨੂੰ ਵੀ ਜ਼ਰੂਰ ਆਪਣੀ ਇਸ ਅਕੈਡਮੀ 'ਚ ਲਾਓ, ਕਿ ਜ਼ਰੂਰਤ ਆ ਬੱਚਿਆਂ ਨੂੰ ਜ਼ਰੂਰ ਸ਼ਸਤਰ ਵਿੱਦਿਆ ਦੀ। ਤੇ ਹੁਣ ਦਾ ਜੋ ਮਾਹੌਲ ਹੈ, ਸਮਾਂ ਚੱਲ ਰਿਹਾ, ਤੇ ਉਸ ਤੋਂ ਬਾਅਦ ਵਿੱਚ ਫਿਰ ਉਹਨਾਂ ਨੇ ਆਪਣੀਆਂ ਬੱਚੀਆਂ ਭੇਜਣੀਆਂ ਸ਼ੁਰੂ ਕੀਤੀਆਂ। ਤੇ ਹੁਣ ਕਾਫੀ ਬੱਚੀਆਂ ਇਦਾਂ ਦੀਆਂ ਨੇ ਜਿਨ੍ਹਾਂ ਨੇ ਆਪਣੀ ਬੜੇ ਨੈਸ਼ਨਲ ਪੱਧਰ ਤੇ ਪਹਿਚਾਨ ਬਣਾਈ ਆ, ਔਰ ਪਿੰਡ ਵਿੱਚ ਉਹਨਾਂ ਬੱਚੀਆਂ ਦਾ ਕਰਕੇ ਉਹਨਾਂ ਦੇ ਮਾਪੇ ਜਾਣੇ ਜਾਂਦੇ ਨੇ ਵੀ ਹਾਂਜੀ ਜੀ ਆਹ ਫਲਾਣੇ ਦੀ ਬੱਚੀ ਹੈ। ਉਹਦੇ ਵਿੱਚ ਸਾਡੇ ਇੱਕ ਖਾਸ ਅਕਵਿੰਦਰ ਕੌਰ ਹੈ, ਰਜਨਦੀਪ ਕੌਰ ਹੈ, ਜਿਨ੍ਹਾਂ ਦੀ ਪਛਾਣ ਬਣਾਈ ਹੈ ਆਪਣੀ ਵੀ ਇਹਨਾਂ ਨੇ ਇੰਟਰਵਰਸਿਟੀ ਦੇ ਵਿੱਚ 골ਡ ਮੈਡਲ ਹਾਸਲ ਕਰਕੇ ਹੁਣ ਜੀ NGI ਅਵਾਰਡ ਮਿਲਿਆ ਸਾਡੀ ਇਸ ਖੇਡ ਦੇ ਵਿੱਚ ਬੱਚੀ ਨੂੰ। ਤੇ ਛੋਟੀਆਂ ਬੱਚੀਆਂ, ਵੱਡੀਆਂ ਬੱਚੀਆਂ, ਸਾਰੇ ਬੱਚੇ ਜਿਹੜੇ ਹੈਗੇ ਨੇ ਡਿਸਟ੍ਰਿਕਟ ਤੋਂ ਲੈ ਕੇ ਨੈਸ਼ਨਲ ਪੱਧਰ ਦੇ 골ਡ ਮੈਡਲਿਸਟ ਨੇ। ਤਾਂ ਮੈਂ ਉਹਨਾਂ ਬੱਚੀਆਂ ਦੇ ਨਾਲ ਵੀ, ਭੈਣਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ। ਭੈਣ ਜੀ ਕੀ ਨਾਂ ਤੁਹਾਡਾ? ਅਕਵਿੰਦਰ ਕੌਰ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਨਾਲ ਸਟੱਡੀ ਚੱਲ ਰਹੀ ਹੈ? ਮੇਰੀ ਗ੍ਰੈਜੂਏਸ਼ਨ ਕੰਪਲੀਟ ਹੋ ਗਈ ਹੁਣੇ ਰੀਸੈਂਟ। ਅੱਛਾ ਜੀ। ਕਹਿੰਦੇ 골ਡ ਮੈਡਲ ਵੀ ਤੁਸੀਂ ਬਹੁਤ ਸਾਰੇ ਜਿੱਤੇ ਨੇ, ਬਹੁਤ ਸਾਰੇ ਹੋਰ ਅਵਾਰਡਸ ਵੀ ਤੁਹਾਨੂੰ ਮਿਲੇ ਨੇ। ਮੈਨੂੰ ਥੋੜਾ ਜਿਹਾ ਉਹਦੇ ਬਾਰੇ ਵੇਰਵਾ ਦੱਸ ਦਿਓ, ਕਿਹੜੇ ਅਵਾਰਡ ਜਿੱਤੇ ਨੇ ਹੁਣ ਤੱਕ? ਮੈਂ ਮੇਰੀ ਪੀਰੀ ਗਦਗਾ ਖੜਾ ਸੈਂਫਲਾਬਾਦ ਗੁਰਦੁਆਰਾ ਗੁੱਸੇ ਸਾਹਿਬ ਤੋਂ ਸਿੱਖਦੀ ਹਾਂ, ਜੋ ਕਿ ਸੰਤ ਬਲਜੀਤ ਸਿੰਘ ਜੀ ਦੇਖ ਰੇਖ ਹੇਠ ਚੱਲ ਰਿਹਾ ਹੈ। 10 ਦੇ ਕੋਲ ਇਸ ਟਾਈਮ 9 ਨੈਸ਼ਨਲ 골ਡ ਮੈਡਲ ਤੇ 3 ਆਲ ਇੰਡੀਆ ਯੂਨੀਵਰਸਿਟੀ 골ਡ ਮੈਡਲ, 10 ਸਟੇਟ ਦੇ, ਇੰਟਰ ਕਾਲਜ ਦੇ 골ਡ ਮੈਡਲ, ਬ੍ਰਾਊਨ ਸਿਲਵਰ ਵੀ ਹੈ। ਅੱਛਾ, ਘਰਦਿਆਂ ਨੂੰ ਕਿਵੇਂ ਕਨਵਿੰਸ ਕੀਤਾ ਸੀਗਾ ਇਸ ਪਾਸੇ ਨੂੰ ਆਉਣ ਨੂੰ? ਕਿਉਂਕਿ ਘਰ ਦੇ ਤਾਂ ਕਹਿੰਦੇ ਹੋਊਗੇ ਵੀ ਰੋਟੀ ਟੁੱਕ ਕਰ ਪੁੱਤ ਘਰ ਦਾ, ਫਿਰ ਵਿਆਹ ਵੀ ਕਰਨਾ ਹੈ, ਫਿਰ ਕਿਵੇਂ ਕਨਵਿੰਸ ਕੀਤਾ ਉਹਨਾਂ ਨੂੰ? ਜਿੱਦਾਂ ਅਸੀਂ 5 ਭੈਣਾਂ ਵਾ, ਇੱਕ ਸਾਡਾ ਬ੍ਰਦਰ ਆ। ਤੇ 6ਵੀਂ 'ਚ ਜਦੋਂ ਮੈਂ ਲੱਗੀ ਸੀ, ਸ਼ੁਰੂ ਦੇ ਵਿੱਚ ਮੰਮਾ ਕਹਿੰਦੇ ਭਰਾ ਨੂੰ ਸਿੱਖ ਲੈਣ ਦੇ, ਤੂੰ ਰਹਿਣ ਦੇ। ਫਿਰ ਜਿੱਦਾਂ ਮੈਂ ਪਿੰਡ ਤੋਂ ਬਿਲੋਂਗ ਕਰਦੀ ਨਾ, ਪਾਪਾ ਕਹਿੰਦੇ ਲੋਅਰ ਨਹੀਂ ਪਾਉਣਾ, ਪਜਾਮਾ ਨਹੀਂ ਪਾਉਣਾ, ਸੂਟ ਪਾਉਣਾ ਵਾ। ਤੇ ਸ਼ੁਰੂ 'ਚ ਫਿਰ ਮੈਂ ਕੀ ਕਰਨਾ, ਫਿਰ ਇੱਥੋਂ ਪਹਿਲਾਂ ਘਰੋਂ ਸੂਟ ਪਾ ਕੇ ਜਾਣਾ, ਉੱਥੇ ਆ ਕੇ ਚੇਂਜ ਕਰ ਲੈਣਾ ਲੋਅਰ ਪਾ ਕੇ, ਫੇਰ ਹੁੰਦੀ ਸੂਟ ਪਾਉਣਾ। ਫਿਰ ਜਦੋਂ ਦੀਦੀ ਨੂੰ ਇਸ ਉਸਤਾਦ ਜੀ ਨੂੰ ਪਤਾ ਲੱਗਾ, ਦੀਦੀ ਨੂੰ, ਫਿਰ ਦੀਦੀ ਨੇ ਥੋੜਾ ਘਰਦਿਆਂ ਨੂੰ ਕਨਵਿੰਸ ਕੀਤਾ ਥੋੜਾ। ਤੇ ਫਿਰ ਜਦੋਂ ਨੈਸ਼ਨਲ ਦੇ ਵਿੱਚ ਫਸਟ ਨੈਸ਼ਨਲ ਮੇਰਾ 골ਡ ਮੈਡਲ ਆਇਆ, ਫਿਰ ਘਰਦਿਆਂ ਨੇ ਮੈਨੂੰ ਸੂਟ ਕੀਤਾ। ਪਾਪਾ ਨੇ ਖੁਦ ਲੋਅਰ ਲਿਆ ਕੇ ਦਿੱਤੇ, ਕਹਿੰਦੇ ਪਾ ਤੂੰ ਜੋ ਮਰਜ਼ੀ ਕਰ। ਹਾਂਜੀ। ਕਿਵੇਂ ਮਜ਼ਾ ਆਉਂਦਾ ਇਸ ਚੀਜ਼ ਦੇ ਨਾਲ ਜੁੜ ਕੇ, ਗੱਤਕੇ ਦੇ ਨਾਲ ਜੁੜ ਕੇ? ਪੂਰਾ ਆਨੰਦ ਬਚਿਆ। ਅੱਛਾ ਭੈਣ ਜੀ ਕੀ ਨਾਂ ਤੁਹਾਡਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਰਜਨਦੀਪ ਕੌਰ ਹੈ। ਰਜਨ, ਪੜ੍ਹਦੇ ਹੋ ਤੁਸੀਂ, ਸਟੱਡੀ ਕਰਦੇ ਹੋ? ਹਾਂਜੀ, ਗ੍ਰੈਜੂਏਸ਼ਨ ਕੰਪਲੀਟ ਹੋ ਗਈ ਹੈ ਰੀਸੈਂਟਲੀ, ਪਿਛਲੇ ਸਾਲ ਕੰਪਲੀਟ ਕੀਤੀ ਹੈ, ਔਰ ਅਸੀਂ ਸੇਮ ਕਲਾਸਮੇਟ ਰਹੀਆਂ ਵਾ। ਅੱਛਾ ਜੀ। ਹਾਂਜੀ, ਕਾਲਜ ਫਿਰ ਦੋਨੋਂ ਦੀ ਟੀਮ ਦੋਨੋਂ ਇਕੱਠੀਆਂ ਜਾਂਦੀਆਂ ਸੀ ਖੇਡਣ? ਅਸੀਂ ਨਾ ਕਾਲਜ ਦੇ ਵਿੱਚ ਟੀਮ ਤਿਆਰ ਕੀਤੀ ਹੋਈ ਸੀਗੀ ਗੱਤਕੇ ਦੀ, ਔਰ ਜਿੱਦਾਂ ਹੀ ਅਸੀਂ ਕਾਲਜ ਦੇ ਵਿੱਚ ਗ੍ਰੈਜੂਏਸ਼ਨ 'ਚ ਆਪਣੀ ਐਡਮਿਸ਼ਨ ਲਈ, ਤੇ ਫਿਰ ਸਾਨੂੰ ਉੱਥੇ ਸੀਗਾ ਵੀ ਅਸੀਂ ਕਾਲਜ ਦੇ ਵਿੱਚ ਵੀ ਇਹ ਟੀਮ ਲੈ ਕੇ ਆਣੀ ਹੈ। ਫਿਰ ਅਸੀਂ ਉੱਥੇ ਕੁੜੀਆਂ ਤਿਆਰ ਕੀਤੀਆਂ, ਅਸੀਂ ਕਾਲਜ ਲੈਵਲ ਦੇ ਉੱਪਰ ਲੈ ਕੇ ਗਏ, ਇੰਟਰ ਕਾਲਜ ਖੇਡੇ, ਫਿਰ ਇੰਟਰਵਰਸਿਟੀ ਖੇਡੇ। ਟੀਚਰਸ ਨੇ ਬਹੁਤ ਸਪੋਰਟ ਕੀਤਾ ਸਾਨੂੰ ਵੀ, ਕੁੜੀਆਂ ਆਈਆਂ ਨੇ ਕਾਲਜ ਦੇ ਵਿੱਚ, ਇਹਨਾਂ ਨੇ ਖੁਦ ਟੀਮ ਤਿਆਰ ਕੀਤੀ, ਕੋਈ ਕੋਚ ਨਹੀਂ, ਕੋਈ ਕੁਛ ਨਹੀਂ, ਸਾਰਾ ਕੁਝ ਆਪ ਤਿਆਰ ਕਰਕੇ। ਤੇ ਫਿਰ ਜਦੋਂ ਟੀਮ ਮੈਡਲ ਲੈ ਕੇ ਆਈ, ਫਿਰ ਟੀਚਰਸ ਬਹੁਤ ਖੁਸ਼ ਹੋਏ। ਅੱਛਾ, ਫਿਰ ਉੱਥੇ ਤੁਹਾਡੇ ਜਿਹੜੇ ਫਰੈਂਡ ਸਰਕਲ ਹੋਊਗਾ, ਕਲਾਸਮੇਟਸ ਹੋਣਗੇ, ਉਹਨਾਂ ਦਾ ਕਿਸ ਤਰੀਕੇ ਦਾ ਰਿਐਕਸ਼ਨ ਹੁੰਦਾ ਤੁਹਾਨੂੰ ਲੈ ਕੇ, ਜਾਂ ਨਜ਼ਰੀਆ? ਡਰਦੇ ਵੀ ਹੋਣਗੇ ਮੈਨੂੰ ਲੱਗਦਾ ਉਹ ਤਾਂ ਫਿਰ। ਜੀ ਨਹੀਂ, ਬਿਲਕੁਲ ਨਹੀਂ। ਕਾਫੀ ਸਾਰੀਆਂ ਮੇਰੀਆਂ ਫਰੈਂਡਸ ਸੀਗੀਆਂ ਜਿਨ੍ਹਾਂ ਨੇ ਸਾਡਾ ਬਹੁਤ ਸਪੋਰਟ ਕੀਤਾ। ਉਹਨਾਂ ਨੇ ਕਿਹਾ ਕਿ ਤੁਸੀਂ ਮਤਲਬ ਬੱਚੀਆਂ ਚਾਹੁੰਦੀਆਂ ਅਸੀਂ ਤੁਹਾਡੇ ਨਾਲ ਲੱਗਾਂਗੇ, ਔਰ ਕਾਫੀ ਸਾਰੀਆਂ ਕੁੜੀਆਂ ਸੀਗੀਆਂ ਜਿਹੜੀਆਂ ਸਾਡੇ ਨਾਲ ਟੀਮ ਦੇ ਵਿੱਚ ਆਈਆਂ। ਪਹਿਲਾਂ ਕਾਫੀ ਭੱਜ ਵੀ ਗਈਆਂ ਵੀ ਨਹੀਂ ਅਸੀਂ ਨਹੀਂ ਖੇਲਣਾ, ਕਾਫੀ ਸਾਰੀਆਂ ਲਾਸ਼ਾਂ ਪੈਂਦੀਆਂ, ਸੱਟਾਂ ਲੱਗਦੀਆਂ, ਬਟ ਹੌਲੀ ਉਹਨਾਂ ਨੂੰ ਦਿੱਤਾ ਥੋੜਾ ਜਿਹਾ ਹੌਸਲਾ, ਤੇ ਚਲੋ ਸਾਰੇ। ਡਰ ਨਹੀਂ ਲੱਗਦਾ ਫਿਰ ਜਦੋਂ ਖੇਡਦੇ ਹੋ ਉਹਦੇ ਵਿੱਚ ਸੱਟਾਂ, ਜਿਵੇਂ ਤੁਸੀਂ ਵੀ ਦੱਸਿਆ ਵੀ ਸੱਟਾਂ ਵੀ ਲੱਗ ਜਾਂਦੀਆਂ ਨੇ? ਜੀ ਬਿਲਕੁਲ ਨਹੀਂ, ਪਹਿਲਾਂ ਲੱਗਦਾ, ਪਰ ਬਾਅਦ ਵਿੱਚ ਸਾਰਾ ਕੁਝ ਸਹੀ ਹੋ ਜਾਂਦਾ। ਹਾਂਜੀ। ਅੱਛਾ, ਮੁੰਡਿਆਂ ਦੇ ਨਾਲ ਮੁਕਾਬਲਾ ਕਰਨ ਲੱਗੇ ਮਨ ਦੇ ਵਿੱਚ ਕੋਈ ਸਟ੍ਰੈਟਜੀ ਚੇਂਜ ਕਰਦੇ ਹੋ, ਜਾਂ ਕਦੇ ਮਾਈਂਡ ਦੇ ਵਿੱਚ ਉਹ ਡਰ ਤਾਂ ਨਹੀਂ ਹੁੰਦਾ ਵੀ ਇਹ ਮੁੰਡਾ ਹੈ ਜਾਂ ਮੈਂ ਕੁੜੀ ਹਾਂ? ਐਕਚੁਅਲੀ ਦੀਦੀ ਨੇ ਪ੍ਰਪੇਅਰ ਹੀ ਸਾਨੂੰ ਇਦਾਂ ਕੀਤਾ ਹੋਇਆ ਕਿ ਕਿਸੇ ਚੀਜ਼ ਦੀ ਕੋਈ ਟੈਨਸ਼ਨ ਹੀ ਨਹੀਂ ਹੁੰਦੀ, ਜਿਹੜਾ ਮਰਜ਼ੀ ਆ ਜਾਏ ਅੱਗੇ ਬਸ। ਕਿਉਂਕਿ ਹਮੇਸ਼ਾ ਇਹ ਹੁੰਦਾ ਹੈ ਕਿ ਅੱਜ ਦੇ ਟਾਈਮ ਨੂੰ ਆਪਾਂ ਦੇਖਦੇ ਹਾਂ ਵੀ ਡੇਲੀ ਮਤਲਬ ਆਪਾਂ ਨਿਊਜ਼ ਦੇ ਵਿੱਚ ਜੇ ਸੁਣਦੇ ਹਾਂ ਕਿ ਰੇਪ ਹੋ ਰਹੇ ਨੇ, ਜਾਂ ਜਿੱਦਾਂ ਕੁੜੀਆਂ ਦੇ ਨਾਲ ਹੋ ਰਹੇ ਨੇ। ਸੋ ਇਸ ਗੇਮ ਨੂੰ, ਇੱਕ ਮਾਰਸ਼ਲ ਆਰਟ ਕੋਈ ਵੀ ਗੇਮ ਹੈ, ਚਾਹੇ ਕਰਾਟੇ, ਚਾਹੇ ਗੱਤਕਾ ਹੈ, ਬਾਕਸਿੰਗ ਹੈ, ਕੁੜੀਆਂ ਨੂੰ ਸਿੱਖਣੀ ਚਾਹੀਦੀ ਹੈ, ਤਾਂ ਕਿ ਆਪਾਂ ਮਤਲਬ ਪ੍ਰਪੇਅਰ ਰਹਿ ਸਕੀਏ। ਅਗਰ ਕੋਈ ਵੀ ਅੱਗੋਂ ਆਉਂਦਾ ਹੈ ਤਾਂ ਆਪਾਂ ਉਹਦਾ ਮੁਕਾਬਲਾ ਕਰ ਸਕੀਏ। ਤਾਂ ਬਿਲਕੁਲ ਸੈਲਫ ਡਿਫੈਂਸ ਦੇ ਲਈ ਵੀ ਬਹੁਤ ਕਾਰਗਰ ਹੈ, ਕੋਈ ਵੀ ਭਾਵੇਂ ਆਰਟ ਹੋਵੇ, ਮਾਰਸ਼ਲ ਆਰਟ ਦੇ ਨਾਲ ਜੁੜੀ ਹੋਈ। ਇੱਕ ਹੋਰ ਬੱਚੀ ਹੈ, ਭੈਣ ਜੀ ਕੀ ਨਾਂ ਤੁਹਾਡਾ? ਹਰਨੂਰਪ੍ਰੀਤ ਕੌਰ। ਹਰਨੂਰ, ਕਿਹੜੀ ਕਲਾਸ 'ਚ ਪੜ੍ਹਦੇ ਹੋ? 7th 'ਚ। ਗੱਤਕਾ ਕਦੋਂ ਤੋਂ ਖੇਡ ਰਹੇ ਹੋ ਤੁਸੀਂ? ਮੈਨੂੰ 3 ਸਾਲ ਹੋ ਗਏ ਖੇਡ। ਸਕੂਲ ਦੇ ਵਿੱਚ ਵੀ ਪਰਫਾਰਮ ਕਰਦੇ ਹੁੰਦੇ ਹੋ? ਨਹੀਂ, ਸਾਡੇ ਸਕੂਲ। ਤੇ ਬਾਹਰ ਜਾਂਦੇ ਹੋ ਫਿਰ ਜਦੋਂ ਕੰਪੀਟੀਸ਼ਨ ਵਗੈਰਾ ਹੁੰਦੇ ਨੇ, ਜਿਵੇਂ ਦੀਦੀ ਵੀ ਲੈ ਕੇ ਜਾਂਦੇ ਨੇ ਟੀਮ? ਹਾਂਜੀ। ਅੱਛਾ, ਤਾਂ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਫਿਰ ਕਿਵੇਂ ਮਨਾਇਆ ਸੀਗਾ ਵੀ ਮੈਂ ਗੱਤਕਾ ਖੇਡਣਾ ਹੈ, ਮੈਂ ਗੱਤਕਾ ਸਿੱਖਣਾ ਵੀ ਹੈ? ਅਸਲ ਵਿੱਚ ਮੇਰੇ ਘਰਦਿਆਂ ਨੇ ਮੈਨੂੰ ਅਲਾਉ ਨਹੀਂ ਸੀ ਕੀਤਾ ਜਾਣ ਨੂੰ, ਕਹਿੰਦੇ ਹਲੇ ਤੂੰ ਛੋਟੀਆਂ ਰਹਿਣ ਦੇ ਜਾਣ ਨੂੰ, ਕਿ ਐਵੇਂ ਤੇਰੇ ਵਾਜੂਗੀ। ਫਿਰ ਮੈਂ ਕਿਹਾ ਨਹੀਂ, ਮੈਂ ਸਿੱਖਣਾ ਵਾ। ਫਿਰ ਮੇਰੇ ਘਰਦਿਆਂ ਨੇ ਮੈਨੂੰ ਫੋਰਸ ਕੀਤਾ ਕਿ ਨਾ ਕਰ। ਫਿਰ ਮੇਰੇ ਜਿਹੜੇ ਉਸਤਾਦ ਜੀ ਨੇ ਉਹਨਾਂ ਨੇ ਕਿਹਾ ਕਿ ਕੁੜੀ ਵਧੀਆ ਖੇਡਦੀ, ਤੁਸੀਂ ਨਾ ਹਟਾਓ। ਫਿਰ ਮੇਰੇ ਘਰਦਿਆਂ ਨੇ ਕਿਹਾ ਕਿ
ਕੋਈ ਗੱਲ ਨਹੀਂ, ਤੁਸੀਂ ਖੇਡ ਲਓ, ਤੁਹਾਨੂੰ ਕੋਈ ਚੱਕਰ ਨਹੀਂ। ਅੱਛਾ, ਫਿਰ ਹੁਣ ਡਰ ਨਹੀਂ ਲੱਗਦਾ ਫਿਰ? ਨਹੀਂ। ਅੱਛਾ, ਪਰਫਾਰਮ ਕਰਦੇ ਹੋ ਐ ਖੁੱਲੇ ਜਿਗਰੇ ਨਾਲ? ਹਾਂਜੀ। ਅੱਛਾ, ਹੋਰ ਦੋ ਭੈਣਾਂ ਨੇ, ਕੀ ਨਾਮ ਭੈਣ ਜੀ ਤੁਹਾਡਾ? ਮੇਰਾ ਗੁਰਸ਼ਰਨ ਤੇ ਉਮਰ ਕਿੰਨੀ ਤੁਹਾਡੀ? ਮੇਰੀ 7 ਸਾਲ। ਇਹ ਗੱਤਕਾ ਖੇਡਦੇ ਡਰ ਨਹੀਂ ਲੱਗਦਾ? ਦੋਨੋਂ ਜਾਣੇ ਫਿਰ ਆਪਸ 'ਚ ਵੀ ਮੈਚ ਹੁੰਦਾ ਦੋਨਾਂ ਦਾ? ਨਹੀਂ, ਆ ਮੁੰਡਾ ਮੈਂ ਕੁੜੀ ਅੱਛਾ, ਇਹ ਮੁੰਡਾ ਕੁੜੀ ਤੇ ਫਿਰ ਕਦੀ ਮੈਚ ਨਹੀਂ ਹੁੰਦਾ ਦੋਨਾਂ ਜਾਣਾਂ ਦਾ ਆਪਸ 'ਚ? ਹੁੰਦਾ ਹੁੰਦਾ। ਤੇ ਫਿਰ ਕੌਣ ਜਿੱਤਦਾ ਹੁੰਦਾ ਦੋਨਾਂ 'ਚੋਂ? ਬਰਾਬਰ। ਅੱਛਾ, ਦੋਨੋਂ ਭੈਣ ਭਰਾ ਬਰਾਬਰ ਹੀ ਰਹਿੰਦੇ ਹੋ। ਤੁਹਾਡਾ ਕੀ ਨਾਮ? ਏਕਮਜੋਤ ਸਿੰਘ। ਅੱਛਾ, ਏਕਮਜੋਤ ਜੀ, ਫਿਰ ਜਦੋਂ ਦੀਦੀ ਦੇ ਨਾਲ ਮੁਕਾਬਲਾ ਕਰਦੇ ਹੋ ਫਿਰ ਕਿਵੇਂ ਥੋੜਾ ਜਿਹਾ ਮਨ 'ਚ ਰੱਖਦੇ ਹੋ ਵੀ ਸੱਟ ਨਹੀਂ ਲਾਉਣੀ ਦੀਦੀ ਦੇ? ਹਾਂਜੀ। ਹੈਂ? ਤਾਂ ਇਹ ਛੋਟੇ ਛੋਟੇ ਬੱਚੇ ਨੇ। ਭੈਣ ਜੀ, ਸਭ ਤੋਂ ਛੋਟੀ ਉਮਰ ਦਾ ਬੱਚਾ ਔਰ ਸਭ ਤੋਂ ਵੱਡੀ ਉਮਰ ਦਾ ਕਿਹੜਾ ਸਟੂਡੈਂਟ ਹੈ ਤੁਹਾਡੇ ਕੋਲ? ਐਕਚੁਅਲੀ ਅੱਜ ਸਾਡਾ ਸਭ ਤੋਂ ਛੋਟਾ ਭੁਚੰਗੀ ਹੈਗਾ 5 ਸਾਲ ਦਾ, ਤੇ ਉਹ ਅੱਜ ਆਇਆ ਨਹੀਂ ਕਿਉਂਕਿ ਕੱਲ ਵੀ ਸਾਡੀ ਪਰਫਾਰਮੈਂਸ ਸੀਗੀ ਤੇ ਉਹ ਪਸੀਨੇ ਨਾਲ ਥੋੜਾ ਜਿਹਾ ਬੱਚੇ ਨੂੰ ਹੋ ਜਾਂਦਾ ਹੈਗਾ ਕਿ ਫੀਵਰ ਵਗੈਰਾ, ਤੋਂ ਇਸ ਕਰਕੇ ਨਹੀਂ ਆ ਪਾਇਆ। ਤੇ ਨਹੀਂ ਤਾਂ ਇੱਥੇ ਇਹ ਇੱਕ ਹਿਸਾਬ ਦਾ ਜਦੋਂ ਖਾੜਾ ਲੱਗਦਾ ਤੁਸੀਂ ਹੁਣ ਦੇਖੋਗੇ ਇਹਨਾਂ ਨੇ ਕਿੱਦਾਂ ਇੱਕ ਦੂਜੇ ਨਾਲ ਪੂਰਾ ਜਾਹੋ ਜਲਾਲ ਦਿਖਾਉਣਾ ਹੈ ਕਿ ਲੜਕੀਆਂ ਜ਼ਿਆਦਾ ਵੱਧ ਕਰਦੀਆਂ, ਲੜਕੀਆਂ ਨੇ ਆਪਣਾ ਜ਼ੋਰ ਲਾਉਣਾ, ਲੜਕੀਆਂ ਨੇ ਆਪਣਾ। ਵਧੀਆ ਮਾਹੌਲ ਲੱਗਦਾ ਹੈ, ਇੱਕ ਪਰਿਵਾਰ ਬਣ ਜਾਂਦਾ ਇਹਨਾਂ ਦਾ ਭੈਣ ਭਰਾਵਾਂ ਦਾ। ਜਿੱਦਾਂ ਵੱਡੇ ਲੜਕੇ ਨੇ ਇੱਥੇ ਗੁਰਪ੍ਰੀਤ ਸਿੰਘ ਹੈ, ਇਹ ਸਭ ਤੋਂ ਸੀਨੀਅਰ ਹੈ ਜੀ ਇੱਥੇ ਅਖਾੜੇ ਦੇ ਵਿੱਚ। ਆਪਣਾ ਅੰਮ੍ਰਿਤਪਾਲ ਸਿੰਘ ਹੈ, ਕਾਫੀ ਬੱਚੇ ਇਦਾਂ ਦੇ ਸੀਨੀਅਰ ਨੇ ਜਿਹੜੇ ਸ਼ੁਰੂ ਤੋਂ ਬਚਪਨ ਤੋਂ ਲੱਗੇ ਹੋਏ 6-6 ਸਾਲ ਦੇ ਸੀਗੇ ਤੇ ਹੁਣ ਇਸ ਟਾਈਮ 24-24 ਸਾਲ ਦੇ ਹੋਏ ਪਏ ਨੇ। ਇਹ ਹੁਣ ਗਾਂ ਆਪਣੀਆਂ ਅਕੈਡਮੀਜ਼ ਚਲਾ ਰਹੇ ਨੇ ਸਿੱਖ ਕੇ। ਉਸ ਤੋਂ ਬਾਅਦ ਜਿੱਦਾਂ ਇਹ ਬੱਚੀਆਂ ਇਹ ਵੀ ਆਪਣੀਆਂ ਗਾਂ ਅਕੈਡਮੀਜ਼ ਚਲਾ ਰਹੀਆਂ ਨੇ। ਮਤਲਬ ਕਿ ਇਸ ਗੇਮ ਨੂੰ ਕੱਲੀ ਮੈਂ ਨਹੀਂ ਪ੍ਰਫੁੱਲਤ ਕੀਤਾ, ਜਿਹੜੇ ਬੱਚੇ ਨੇ ਵੀ ਇਸ ਵਿੱਚ ਹੱਥ ਅਜ਼ਮਾਇਆ, ਜਿਹਨੇ ਮਿਹਨਤ ਕੀਤੀ ਆ, ਉਹ ਹਰ ਜਗ੍ਹਾ ਤੇ ਜਾ ਕੇ ਆਪਣਾ ਇਸ ਗੇਮ ਨੂੰ ਪ੍ਰਮੋਟ ਕਰ ਰਿਹਾ। ਅੱਛਾ ਭੈਣ ਜੀ, ਓਵਰਆਲ ਜਦੋਂ ਵੀ ਕੋਈ ਅਸੀਂ ਕਾਰਜ ਕਰਦੇ ਆ ਜਾਂ ਕੰਮ ਕਰਦੇ ਆ, ਹਰ ਬੰਦੇ ਦੀ ਕਿਤੇ ਨਾ ਕਿਤੇ ਮਨਸ਼ਾ ਕਹਿ ਲਈਏ, ਮੋਟਿਵ ਕਹਿ ਲਈਏ, ਜ਼ਰੂਰਤ ਕਹਿ ਲਈਏ, ਨੀਡ ਕਹਿ ਲਈਏ ਵੀ ਫੀਸ ਵਗੈਰਾ ਜਾਂ ਆਪਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਚਲਾਉਣ ਦੇ ਵਾਸਤੇ ਜਾਂ ਇਸ ਅਕੈਡਮੀ ਨੂੰ ਚਲਾਉਣ ਵਾਸਤੇ ਕਿਤੇ ਨਾ ਕਿਤੇ ਕੁਝ ਨਾ ਕੁਝ ਜਿਹੜਾ ਫਾਈਨੈਂਸ਼ੀਅਲੀ ਵੀ ਸਪੋਰਟ ਦੀ ਲੋੜ ਹੁੰਦੀ ਹੈ। ਫਿਰ ਇਹ ਬੱਚਿਆਂ ਤੋਂ ਕੋਈ ਫੀਸ ਵਗੈਰਾ ਵੀ ਰੱਖੀ ਹੈ ਜਾਂ ਫਿਰ ਬਿਲਕੁਲ ਨਿਸ਼ਕਾਮ? ਹਾਂਜੀ, ਬਹੁਤ ਵਧੀਆ ਤੁਸੀਂ ਇਹ ਸਵਾਲ ਪੁੱਛਿਆ ਮੇਰੇ ਕੋਲ, ਕਿਉਂਕਿ ਕਾਫੀ ਜਾਣਿਆਂ ਦੇ ਮਾਈਂਡ 'ਚ ਇਹ ਰਹਿੰਦਾ ਹੈਗਾ ਕਿ ਸ਼ਾਇਦ ਇੱਥੇ ਬੜੀ ਫੀਸ ਲਈ ਜਾਂਦੀ ਹੋਣੀ ਬੱਚਿਆਂ ਕੋਲ। ਪਰ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹਨੀ ਕਿ ਸੰਤ ਬਾਬਾ ਲੀਡਰ ਸਿੰਘ ਜੀ ਔਰ ਸੰਤ ਬਾਬਾ ਬਲਵੀਰ ਸਿੰਘ ਜੀ ਵੀ ਜਿੰਨੇ ਸਾਡੇ ਇਲਾਕੇ ਦੇ ਮਹਾਂਪੁਰਸ਼ ਹੈ, ਜਿਨ੍ਹਾਂ ਵੱਲੋਂ ਅਕੈਡਮੀਆਂ ਚਲਾਈਆਂ ਜਾ ਰਹੀਆਂ ਵੱਡੇ ਪੱਧਰ ਤੇ, ਕਿਸੇ ਵੀ ਬੱਚੇ ਕੋਲ 1 ਰੁਪਿਆ ਵੀ ਫੀਸ ਨਹੀਂ ਲਈ ਜਾਂਦੀ। ਜੋ ਵੀ ਉਹਨਾਂ ਦਾ ਵਰਦੀਆਂ ਬਣਵਾਉਣੀਆਂ ਨੇ ਤੇ ਕਿਤੇ ਟੂਰਨਾਮੈਂਟ ਤੇ ਭੇਜਣਾ ਨੇ, ਚਾਹੇ ਨੈਸ਼ਨਲ ਪੱਧਰ ਤੇ ਵੀ ਭੇਜਣਾ, ਉਹਨਾਂ ਦੇ ਕਿਰਾਏ, ਉਹਨਾਂ ਦੇ ਜਿੰਨੇ ਵੈਪਨਸ ਲੱਗਦੇ ਨੇ, ਸਾਰਾ ਕੁਝ ਮਹਾਂਪੁਰਸ਼ ਕਰ ਰਹੇ ਨੇ। ਈਵਨ ਕਿ ਉਹਨਾਂ ਦੀ ਨੈਸ਼ਨਲ ਪੱਧਰ ਦੀ ਡਾਈਟ ਵੀ ਬਾਬਾ ਜੀ ਨੇ ਸ਼ੁਰੂ ਕੀਤੀ ਹੋਈ ਹੈ ਕਿ ਬੱਚਿਆਂ ਦੇ ਵਿੱਚ ਸਰੀਰਕ ਪੱਖੋਂ ਵੀ ਕਮਜ਼ੋਰੀ ਨਾ ਆ ਜਾਵੇ। ਅੱਛਾ, ਡਾਈਟ ਦੇ ਵਿੱਚ ਕੀ ਖਾਸ ਰਹਿੰਦਾ? ਫਿਰ ਆਪਾਂ ਜੇ ਕਈ ਵਾਰ ਕਿਸੇ ਬੋਡੀ ਬਿਲਡਰ ਦਾ ਇੰਟਰਵਿਊ ਕਰਦੇ ਤਾਂ ਉਹਦੇ ਕੋਲੋਂ ਵੀ ਜ਼ਰੂਰ ਪੁੱਛਦੇ ਆ ਵੀ ਇਹ ਚਲੋ ਆਮ ਬੰਦਾ ਥੋੜੀ ਬਹੁਤੀ ਡਾਈਟ ਤਾਂ ਉਦਾਂ ਦੀ ਲੈਣ ਲੱਗ ਪਏ ਤੇ ਤੰਦਰੁਸਤ ਰਹੇਗਾ, ਤਾਂ ਇਹਦੇ ਵਿੱਚ ਕੁਝ ਖਾਸ ਡਾਈਟ ਵੀ ਲੈਣੀ ਪੈਂਦੀ ਹੈ? ਦੁੱਧ ਫਰੂਟ ਤਾਂ ਲਾਜ਼ਮੀ ਆ ਜੀ। ਦੂਸਰਾ ਸਾਨੂੰ ਮਹਾਂਪੁਰਸ਼ਾਂ ਨੇ ਦੱਸਿਆ ਕਿ ਸੋਇਆਬੀਨ ਤੇ ਕਾਲੇ ਚਣੇ, ਇਹ ਤਾਂ ਤੁਹਾਨੂੰ ਪਤਾ ਸਿੰਘਾਂ ਦੀ ਮੇਨ ਖੁਰਾਕ ਹੀ ਆ ਜੀ। ਇਹ ਭਿਉਂਦੇ ਨੇ ਰਾਤ ਨੂੰ, ਸਵੇਰ ਨੂੰ ਸਾਰੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ। ਫਿਰ ਉਸ ਤੋਂ ਬਾਅਦ ਰੱਜ ਕੇ ਪ੍ਰਸ਼ਾਦਾ ਪਾਣੀ, ਦੁੱਧ ਦਹੀਂ ਦੀ ਕੋਈ ਕਮੀ ਨਹੀਂ, ਦੇਸੀ ਘਿਓ ਵੀ ਬੱਚੇ ਛਕਦੇ ਨੇ। ਤੇ ਕਿਉਂਕਿ ਜਿਸ ਤਰ੍ਹਾਂ ਦੀ ਅਸੀਂ ਖੁਰਾਕ ਖਾਵਾਂਗੇ ਤੇ ਉਦਾਂ ਦਾ ਅਸਰ ਦਿਸੂਗਾ ਸਰੀਰ ਤੇ। ਮਤਲਬ ਕਿ ਜਿੱਦਾਂ ਦਾ ਅੰਨ ਉਦਾਂ ਦਾ ਮਨ। ਫਿਰ ਜਿੱਦਾਂ ਦੀ ਸ਼ੁੱਧ ਖੁਰਾਕ ਖਾਵਾਂਗੇ ਤੇ ਉਦਾਂ ਦਾ ਹੀ ਸ਼ੁੱਧ ਮਨ ਹੋਏਗਾ। ਤਾਂ ਹੀ ਤਾਂ ਐਡੀਆਂ ਲੋਹੇ ਦੀਆਂ ਢਾਲਾਂ ਕਰਪਾਨਾਂ ਚੱਕ ਹੁੰਦੀਆਂ, ਨਹੀਂ ਤਾਂ ਬੱਚੇ ਮੈਦਾਨ 'ਚ ਨਾ ਵੜਨ ਕਦੀ ਵੀ। ਔਰ ਪੇਰੈਂਟਸ ਨੂੰ ਵੀ ਇਹ ਰਹੇਗਾ, ਨਹੀਂ ਤਾਂ ਵੀ ਇਹ ਸਾਨੂੰ ਬੱਚਿਆਂ ਨੂੰ ਖਾਣ ਨੂੰ ਨਹੀਂ ਮਿਲਦਾ। ਹਾਂਜੀ, ਪਰ ਜਿਹੜੀਆਂ ਸਕੂਲ ਦੀਆਂ ਕਈ ਅਕੈਡਮੀਜ਼ ਨੇ ਜਾਂ ਪ੍ਰਾਈਵੇਟ ਸਕੂਲ ਹੁੰਦੇ ਨੇ, ਉਹ ਬੱਚਿਆਂ ਕੋਲ ਚਾਰਜਸ ਲੈਂਦੇ ਨੇ। ਉਹਨਾਂ ਬੱਚਿਆਂ ਦੇ ਕੋਲ ਚਾਰਜਸ ਲਏ ਜਾਂਦੇ, ਪਰ ਸਾਡੀਆਂ ਜਿੰਨੀਆਂ ਅਕੈਡਮੀਜ਼ ਚੱਲਦੀਆਂ ਉਹਨਾਂ ਕੋਲ ਕੋਈ ਚਾਰਜਸ ਨਹੀਂ ਲਏ ਜਾਂਦੇ। ਤੁਸੀਂ ਫਿਰ ਕੋਈ ਤਨਖਾਹ ਨਹੀਂ, ਕੋਈ ਕੁਝ ਨਹੀਂ ਪੈਸੇ ਦੇ ਰੂਪ ਦੇ ਵਿੱਚ? ਮੈਂ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਦੋਂ ਅਕੈਡਮੀਜ਼ ਚਲਾਉਂਦੀ ਆ, ਉੱਥੇ ਜ਼ਰੂਰ ਫੀਸ ਲੈਂਦੇ ਆ, ਕਿਉਂਕਿ ਰੋਜੀ ਰੋਟੀ ਚਲਾਉਣੀ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਫੈਮਿਲੀ 'ਚ ਹੋਰ ਕੋਈ ਕਮਾਉਣ ਵਾਲਾ ਨਹੀਂ ਹੈ। ਪਹਿਲਾਂ ਮੈਂ ਇਹ ਘੱਟੋ ਘੱਟ 10-12 ਸਾਲ ਸੇਵਾ ਹੀ ਕੀਤੀ ਆ ਹਰ ਜਗ੍ਹਾ, ਤੇ ਬ੍ਰਦਰ ਦੇ ਹੁੰਦਿਆਂ ਉਦੋਂ ਕੋਈ ਫਿਕਰ ਨਹੀਂ ਸੀਗੀ। ਤੇ ਪਰ ਬ੍ਰਦਰ ਦੇ ਐਕਸਪਾਇਰ ਹੋਣ ਤੋਂ ਬਾਅਦ ਵਿੱਚ ਉਸਤਾਦ ਜੀ ਨੇ ਆ ਕੇ ਕਿਹਾ ਸੀ ਕਿ ਬੇਟਾ ਜੀ ਤੁਸੀਂ ਹੁਣ ਇਸ ਸ਼ਸਤਰ ਵਿੱਦਿਆ ਦੀ ਕਮਾਈ ਖਾ ਸਕਦੇ ਹੋ, ਤੁਹਾਡੀ ਜ਼ਰੂਰਤ ਹੈ ਹੁਣ। ਪਰ ਮਹਾਂਪੁਰਸ਼ਾਂ ਦੇ ਜਿੰਨੇ ਅਖਾੜੇ ਚੱਲਦੇ ਨੇ ਉਹ ਅਸੀਂ ਫ੍ਰੀ ਆਫ ਕਾਸਟ ਸੇਵਾ ਕਰਦੇ ਹਾਂ। ਤਾਂ ਭਾਈ ਸਾਹਿਬ ਵੀ ਹੋਰ ਨੇ। ਵੀਰ ਜੀ, ਕੀ ਨਾਂ ਤੁਹਾਡਾ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਗੁਰਪ੍ਰੀਤ ਜੀ, ਜਿਵੇਂ ਭੈਣਾਂ ਦੇ ਨਾਲ ਵੀ ਮੁਕਾਬਲਾ ਹੁੰਦਾ ਵੀਰਾਂ ਦਾ, ਫਿਰ? ਜੀ ਬਿਲਕੁਲ ਜੀ, ਸ਼ੁਰੂ ਤੋਂ ਇਹ ਚੀਜ਼ ਤੇ ਪ੍ਰਿਪੇਅਰ ਕੀਤਾ ਗਿਆ ਸੀ। ਮੁੰਡਿਆਂ ਦੇ ਨਾਲ ਮੁੰਡੇ ਬਹੁਤ ਘੱਟ ਹਲੇ ਖਿਡਾਇਆ, ਕੁੜੀਆਂ ਦਾ ਮੁੰਡਿਆਂ ਨਾਲ ਜ਼ਿਆਦਾ ਮੁਕਾਬਲਾ। ਅਖਾੜੇ ਦੀ ਪ੍ਰੈਕਟਿਸ ਵਿੱਚ ਵੀ ਇਹੀ ਚੀਜ਼ ਚੱਲਦੀ ਆ, ਤਾਂ ਕਿ ਬਾਹਰ ਜਦੋਂ ਖੇਡਣਾ ਪਵੇ ਕੁੜੀਆਂ ਨੂੰ, ਕੋਈ ਮੁੰਡਾ ਆ ਕੇ ਕਹਿੰਦਾ ਖੇਡਣ ਨੂੰ, ਵੀ ਕੁੜੀਆਂ ਦੇ ਵਿੱਚ ਕੋਈ ਡਰ ਨਾ ਰਵੇ ਖੇਡਣ ਵਾਸਤੇ। ਇਸ ਕਰਕੇ ਸ਼ੁਰੂ ਤੋਂ ਲੈ ਕੇ ਕੁੜੀਆਂ ਦੀ ਪ੍ਰੈਕਟਿਸ ਮੁੰਡਿਆਂ ਨਾਲ ਵੱਧ ਕਰਾਈ ਗਈ ਹੈ। ਅੱਛਾ, ਜਿਵੇਂ ਫਿਰ ਜਦੋਂ ਵੀਰ ਤੇ ਭੈਣਾਂ ਦਾ ਆਪਸ ਦੇ ਵਿੱਚ ਮੈਚ ਹੁੰਦਾ, ਫਿਰ ਕੁਝ ਕਰਦੇ ਹੋ ਸਟ੍ਰੈਟਜੀ ਦੇ ਵਿੱਚ ਚੇਂਜ, ਆ ਮੁੰਡਿਆਂ ਨੂੰ ਕਿਤੇ ਕਹਿ ਨਹੀਂ ਦਿੰਦੇ ਵੀ ਕੁੜੀਆਂ ਨੇ ਸਾਡੀਆਂ ਭੈਣਾਂ ਨੇ ਥੋੜਾ ਢਿੱਲਾ ਰੱਖਿਓ ਇਧਰੋਂ ਕੰਮ? ਨਹੀਂ ਬਿਲਕੁਲ ਨਹੀਂ ਜੀ, ਸਗੋਂ ਕੁੜੀਆਂ ਨੂੰ ਕਹਿ ਕੇ ਭੇਜੀਦਾ ਵੀ ਤੁਸੀਂ ਕੰਮ ਢਿੱਲਾ ਨਹੀਂ
ਰੱਖਣਾ, ਬਿਲਕੁਲ ਖਿੱਚ ਕੇ ਰੱਖੋ। ਤੇ ਮੁੰਡਿਆਂ ਨੂੰ ਆਪਾਂ ਕੋਈ ਇਦਾਂ ਦਾ ਗੱਲ ਨਹੀਂ ਕਹੀਦਾ ਵੀ ਉਹਨਾਂ ਨੂੰ ਸਗੋਂ ਕਹੀਦਾ ਬਰਾਬਰ ਜਿੱਦਾਂ ਮੁੰਡਿਆਂ ਦੇ ਮਾਰਦੇ ਆ ਉਦਾਂ ਟਿਕਾ ਕੇ ਰੱਖੋ ਇਹਨਾਂ ਨੂੰ ਪਤਾ ਲੱਗੇ ਵੀ ਬਾਹਰ ਜਾ ਕੇ ਕਿੱਦਾਂ ਖੇਡਣਾ ਹੈ। ਤਾਂ ਬਿਲਕੁਲ ਇਹ ਖੂਬਸੂਰਤੀ ਹੈ ਇਸ ਮਾਰਸ਼ਲ ਆਰਟ ਦੀ ਵੀ ਭੈਣਾਂ ਨੂੰ ਵੀ ਉਨਾ ਹੀ ਪ੍ਰਫੁੱਲਿਤ ਕੀਤਾ ਜਾਂਦਾ ਜਿੰਨਾ ਸਾਡੇ ਵੀਰਾਂ ਨੂੰ। ਇੱਕੋ ਮਨ ਦੇ ਵਿੱਚ ਗੱਲ ਬਿਠਾਈ ਜਾਂਦੀ ਹੈ ਵੀ ਜਦੋਂ ਮੁਕਾਬਲਾ ਕਰਨਾ ਹੈ ਤਾਂ ਮੁਕਾਬਲਾ ਬਿਲਕੁਲ ਨਿਰਪੱਖਤਾ ਦੇ ਨਾਲ ਹੋਣਾ ਚਾਹੀਦਾ ਹੈ, ਮੁਕਾਬਲਾ ਪੂਰੀ ਟੈਕਨੀਕ ਦੇ ਨਾਲ ਹੋਣਾ ਚਾਹੀਦਾ ਹੈ। ਫਿਰ ਇਸ ਚੀਜ਼ ਦਾ ਕੋਈ ਫਰਕ ਨਹੀਂ ਰਹਿ ਜਾਣਾ ਚਾਹੀਦਾ ਹੈ ਵੀ ਇੱਕ ਪਾਸੇ ਭੈਣ ਹੈ ਤੇ ਦੂਸਰੇ ਪਾਸੇ ਵੀਰ ਹੈ। ਤਾਂ ਇਹੀ ਇੱਕ ਚੰਗੇ ਕੋਚ ਦੀ ਨਿਸ਼ਾਨੀ ਹੁੰਦੀ ਹੈ ਕਿ ਇੱਕ ਚੰਗੇ ਖਿਡਾਰੀ ਦੀ ਨਿਸ਼ਾਨੀ ਵੀ ਹੁੰਦੀ ਆ। ਅੱਛਾ ਭੈਣ ਜੀ, ਪਹਿਲਾਂ ਨਾਲੋਂ ਗੱਤਕੇ ਦੇ ਤੇ ਹੁਣ ਦੇ ਵਿੱਚ ਕੋਈ ਸਰੂਪ ਦੇ ਵਿੱਚ, ਕੋਈ ਟੈਕਨੀਕ ਦੇ ਵਿੱਚ ਜਾਂ ਸ਼ਸਤਰਾਂ ਦੇ ਵਿੱਚ ਕੋਈ ਬਦਲਾਅ ਆਇਆ ਪਹਿਲੇ ਸਮੇਂ? ਬਹੁਤ ਜ਼ਿਆਦਾ ਬਦਲਾਅ ਆਇਆ। ਉਸ ਸਮਿਆਂ ਦੇ ਵਿੱਚ ਜੇ ਅਸੀਂ ਦੇਖੀਏ ਖੇਡ ਨੂੰ ਤੇ ਉਸ ਸਮੇਂ ਦੇ ਅਨੁਸਾਰ ਉਹ ਖੇਡ ਜ਼ਿਆਦਾ ਪ੍ਰਫੁੱਲਿਤ ਸੀ। ਜੇ ਅਸੀਂ ਹੁਣ ਦੇਖਦੇ ਹੁਣ ਦਾ ਜਿਹੜਾ ਯੁੱਗ ਚੱਲ ਰਿਹਾ ਤੇ ਸਾਡੀਆਂ ਕਾਫੀ ਬੱਚੇ ਜਿਹੜੇ ਨੇ ਉਹਨਾਂ ਨੇ ਦੂਸਰੇ ਮਾਰਸ਼ਲ ਆਰਟ ਨੂੰ ਵਿੱਚ ਮਿਕਸ ਕੀਤਾ ਆ, ਜਿੱਦਾਂ ਸ਼ਾਓਲਿਨ ਹੋਇਆ, ਉਹਨਾਂ ਦੀਆਂ ਜਿਹੜੀਆਂ ਛਾਲਾਂ ਨੇ, ਕਿਉਂਕਿ ਨਿਹੰਗ ਸਿੰਘਾਂ ਦੀ ਜ਼ਿਆਦਾਤਰ ਜਿਹੜੀ ਗੱਤਕੇ ਦੇ ਵਿੱਚ ਪੁੱਠੀਆਂ ਚੱਕਰੀਆਂ, ਸਿੱਧੀਆਂ ਚੱਕਰੀਆਂ, ਘੋੜਾ ਚਾਲ, ਸਰੀਰ ਨੂੰ ਵਾਰਮ ਅਪ ਕਰਨ ਵਾਸਤੇ ਪੈਂਤਰੇ ਕੱਢੇ ਜਾਂਦੇ ਸੀ। ਪਰ ਹੁਣ ਬੱਚਿਆਂ ਨੇ ਜਿੱਦਾਂ ਟਵਿਸਟ ਹੋ ਗਈ, ਸਮਰਸੌਟ ਹੋ ਗਈਆਂ, ਇਹ ਚੀਜ਼ਾਂ 540 ਹੋ ਗਈਆਂ, ਇਹਨਾਂ ਨੂੰ ਵਿੱਚ ਇਨਕਲੂਡ ਕਰ ਦਿੱਤਾ। ਉਹਦੇ ਨਾਲ ਸ਼ਸਤਰਾਂ ਦੀ ਵੀ ਕਲੈਰਿਟੀ ਆ ਗਈ ਔਰ ਦੇਖਣ ਨੂੰ ਵੀ ਵਧੀਆ ਲੱਗਦਾ। ਬੱਚੀਆਂ ਵੀ ਕਰਦੀਆਂ ਨੇ ਤੇ ਬੱਚੇ ਵੀ ਕਰਦੇ ਨੇ। ਕਈਆਂ ਨੂੰ ਹੁੰਦਾ ਵੀ ਸ਼ਾਇਦ ਅਸੀਂ ਗੱਤਕੇ ਦਾ ਇਹ ਚੀਜ਼ ਨੂੰ ਰੂਪ ਵਿਗਾੜ ਰਹੇ ਹਾਂ, ਪਰ ਇਹ ਗੱਤਕੇ ਦਾ ਰੂਪ ਨਹੀਂ ਵਿਗੜਿਆ। ਰੂਪ ਤਾਂ ਵਿਗੜੇਗਾ ਜੇ ਅਸੀਂ ਕੱਚ ਟਿਊਬਾਂ ਭੰਨਾਂਗੇ, ਅੱਗਾਂ ਲਾਵਾਂਗੇ। ਉਹ ਇੱਕ ਹਿਸਾਬ ਦਾ ਆਪਣੇ ਆਪ ਨੂੰ ਆਪੇ ਹੀ ਘਾਇਲ ਕਰਨਾ ਹੁੰਦਾ ਹੈ। ਪਰ ਇਹਦੇ ਵਿੱਚ ਡਿਫੈਂਸ ਸਿਖਾਇਆ ਜਾਂਦਾ, ਡਿਫੈਂਸ ਤੇ ਅਟੈਕ, ਇਹ ਸਾਰੀ ਗੇਮ ਉੱਤੇ ਚੱਲਦੀ ਹੈ ਤੇ ਬੱਚੇ ਉਹ ਚੀਜ਼ ਨੂੰ ਕਰ ਰਹੇ ਨੇ। ਉਹਦੇ ਆਧਾਰ ਤੇ ਹੀ ਇਹਨਾਂ ਦੀ ਫਲੈਕਸੀਬਿਲਿਟੀ ਹੋਈ, ਇਹਨਾਂ ਦੀ ਟੈਕਨੀਕ ਹੋਈ ਵੀ ਸ਼ਸਤਰ ਨਾਲ ਤਾਲਮੇਲ ਕੀ ਹੁੰਦਾ। ਕਿਉਂਕਿ ਜਿਹੜੀ ਜਿੰਨੀ ਗੱਤਕਾ ਗੇਮ ਹੈ, ਗੱਗੇ ਅੱਖਰ ਦਾ ਮਤਲਬ ਹੈਗਾ ਗਤੀ, ਤੱਤੇ ਦਾ ਮਤਲਬ ਹੈਗਾ ਤਾਲਮੇਲ, ਸ਼ਸਤਰਾਂ ਦੇ ਨਾਲ ਤੁਹਾਡੀ ਆਪਣੀ ਬਾਡੀ ਦਾ ਤਾਲਮੇਲ, ਕੱਕੇ ਦਾ ਮਤਲਬ ਕਾਲ, ਬਲਕਿ ਆਕਰਮਣ ਕਰਨਾ ਤੇ ਆਪਣੇ ਆਪ ਨੂੰ ਬਚਾਉਣਾ। ਇਹ ਦੋਵੇਂ ਚੀਜ਼ਾਂ ਤੇ ਸਾਰੀ ਟੈਕਨੀਕ ਉਹਦੇ ਤੇ ਚੱਲਦੀ ਹੈ। ਕਿਉਂਕਿ ਇਹ ਖੇਡ ਹੀ ਸਾਰੀ ਹੈਗੀ ਹੈ ਕਿ ਕਿੱਦਾਂ ਤੁਸੀਂ ਹਮਲਾ ਕਰਨਾ, ਦੇਸ਼ ਕੌਮ ਤੇ ਭੀੜ ਪੈ ਜਾਏ ਤਾਂ ਤੁਸੀਂ ਆਪਣੇ ਆਪ ਨੂੰ ਕਿੱਦਾਂ ਬਚਾਉਣਾ, ਕੌਮ ਨੂੰ, ਦੇਸ਼ ਨੂੰ ਕਿੱਦਾਂ ਬਚਾਉਣਾ ਹੈ। ਅੱਛਾ ਭੈਣ ਜੀ, ਇੱਕ ਸਵਾਲ ਹੈ, ਇਹ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਹੋਊਗਾ, ਮੇਰੇ ਮਨ ਦੇ ਵਿੱਚ ਵੀ ਇਹ ਸਵਾਲ ਹੈਗਾ। ਆਪਾਂ ਕਈ ਵਾਰ ਨਿਹੰਗ ਸਿੰਘਾਂ ਨੂੰ ਲੈ ਕੇ ਜੇ ਆਪਾਂ ਕਹੀਏ ਤਾਂ ਕਈ ਵਾਰ ਲੋਕਾਂ ਦੀ ਜਿਹੜੀ ਸੋਚ ਹੈ, ਹਾਲਾਂਕਿ ਨਾ ਤਾਂ ਸਾਰੇ ਡਾਕਟਰ ਮਾੜੇ ਨੇ, ਨਾ ਸਾਰੇ ਪੁਲਿਸ ਵਾਲੇ ਮਾੜੇ ਨੇ, ਨਾ ਸਾਰੇ ਨਿਹੰਗ ਸਿੰਘ ਮਾੜੇ ਨੇ, ਪਰ ਕਈ ਵਾਰ ਕੀ ਹੁੰਦਾ ਵੀ ਇੱਕ ਡਰ ਤੇ ਖੌਫ ਵਾਲੀ ਤਸਵੀਰ ਜਾਂ ਉਹਨਾਂ ਨੂੰ ਲੈ ਕੇ ਮਨ ਦੇ ਵਿੱਚ ਇੱਕ ਧਾਰਨਾ ਬਣ ਜਾਂਦੀ ਹੈ। ਉਸ ਚੀਜ਼ ਦੇ ਉੱਤੇ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤੁਸੀਂ ਵੀ ਉਹ ਕਿਉਂ ਹੈ ਜੇ ਹੈਗਾ, ਜਾਂ ਉਸ ਚੀਜ਼ ਨੂੰ ਦੂਰ ਕਰਨਾ ਚਾਹੀਦਾ, ਜਾਂ ਕਮੀ ਕਿੱਥੇ ਹੈ? ਦੇਖੋ ਜੀ, ਇਹ ਤਾਂ ਮਹਾਰਾਜ ਨੇ ਜਿਹੜਾ ਬਾਣਾ ਜਦੋਂ ਦਿੱਤਾ, ਸੰਤ ਤੇ ਸਿਪਾਹੀ ਦਾ ਰੂਪ ਦਿੱਤਾ ਸੀਗਾ ਜੀ। ਲੋਕਾਂ ਨੇ ਤਾਂ ਐਵੇਂ ਹਵਾ ਬਣਾ ਲਿਆ, ਠੀਕ ਹੈ ਜੀ। ਕਦੀ ਅੱਜ ਤੱਕ ਤੁਸੀਂ ਦੇਖ ਲਓ ਕਿਸੇ ਨੇ ਕਿਤੇ ਧੱਕਾ ਕੀਤਾ ਹੋਵੇ, ਹਾਂ, ਪਰ ਜੇ ਕੋਈ ਚੜ ਕੇ ਆ ਜਾਏ ਫਿਰ ਪਿੱਛੇ ਜਾਣ ਵੀ ਨਹੀਂ ਦਿੰਦੇ ਹੈਗੇ, ਕਿਉਂਕਿ ਤਿਆਰ ਹੀ ਇਸੇ ਤਰ੍ਹਾਂ ਕੀਤਾ। ਜੇ ਅੱਜ ਤੱਕ ਮੁਗਲਾਂ ਤੋਂ ਲੈ ਕੇ ਅਸੀਂ ਅੰਗਰੇਜ਼ ਤੱਕ ਦੇ ਕਾਲ ਦੀਆਂ ਗੱਲਾਂ ਕਰ ਲਈਏ, ਸਿੱਖ ਕੌਮ ਹੀ ਸੀ ਜਿਹਨੇ ਬਚਾਈ ਰੱਖਿਆ। ਤੇ ਔਰ ਇਹ ਜਿਹੜੀ ਮਾਰਸ਼ਲ ਆਰਟ ਸਾਡੀ ਸਿੱਖ ਮਾਰਸ਼ਲ ਆਰਟ ਗੱਤਕਾ ਆ, ਇਹ ਬ੍ਰਿਟਿਸ਼ ਦੇ ਟਾਈਮ ਦੇ ਵਿੱਚ, ਉਸ ਟਾਈਮ ਦੇ ਵਿੱਚ ਕਾਲਜਾਂ ਦੇ ਵਿੱਚ ਲਾਗੂ ਕਰ ਦਿੱਤੀ ਸੀ ਉਹਨਾਂ ਨੇ ਕੰਪਲਸਰੀ। ਪਰ ਸਮਿਆਂ ਅਨੁਸਾਰ ਇਹ ਸਾਡੇ ਕੁਝ ਕਹਿ ਦਈਏ ਰਾਜਨੀਤਾ ਨੇ ਇਹ ਖਤਮ ਕਰਕੇ ਰੱਖਤਾ। ਪਰ ਹੁਣ ਜੇ 9 ਸਾਲਾਂ ਤੋਂ ਦੁਬਾਰਾ ਉਸ ਚੀਜ਼ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ। ਖਾਲਸੇ ਦਾ ਰੂਪ ਜਿਹੜਾ ਹੈਗਾ ਜੀ, ਇੱਕ ਜਦੋਂ ਤੁਸੀਂ ਦੇਖ ਲਿਓ ਕਿਤੇ ਭੀੜ ਪੈਂਦੀ ਆ, ਕੱਲਾ ਸਿੰਘ ਆ ਕੇ ਖੜਾ ਹੋ ਜੇ ਨਾ, ਆਸੇ-ਪਾਸੇ ਦੀ ਸੰਗਤ ਨੂੰ ਹੌਸਲਾ ਹੋ ਜਾਂਦਾ ਵੀ ਇਸ ਟਾਈਮ ਸਿੰਘ ਕੋਲ ਆ ਜੀ, ਅਸੀਂ ਸੇਫ ਹਾਂ। ਤੇ ਕਈ ਲੋਕਾਂ ਦਾ ਵਹਿਮ ਰਹਿੰਦਾ ਵੀ ਸ਼ਾਇਦ ਇਹ ਡਰਾਵਣੇ ਆ ਜੀ, ਵੀ ਕਿਤੇ ਕਿਰਪਾਨ ਕੱਢ ਕੇ। ਸਵਾਲ ਮਕਸਦ ਇਹੀ ਸੀਗਾ ਵੀ ਆਪਾਂ ਉਹ ਚੀਜ਼ ਮਨਾਂ ਚੋਂ ਕੱਢਣੀ ਹੈ, ਆਪਾਂ ਕਿਸੇ ਤਰੀਕੇ ਭਾਵੇਂ ਉਹ ਕਿਸੇ ਨੂੰ ਗੱਲ ਦੇ ਜ਼ਰੀਏ ਸਮਝਾ ਸਕੀਏ, ਚਾਹੇ ਮਿਲ ਕੇ ਕਿਤੇ ਵਿਚਾਰ ਵਟਾਂਦਰੇ ਦੇ ਜ਼ਰੀਏ ਸਮਝਾ ਸਕੀਏ। ਬਿਲਕੁਲ ਜੀ, ਕਿਉਂਕਿ ਇਹ ਕੋਈ ਡਰਾਉਣੀ ਕੌਮ ਨਹੀਂ ਹੈ ਜੀ, ਇਹ ਦੇਸ਼ ਕੌਮ ਵਾਸਤੇ ਮਰ ਮਿਟਣ ਵਾਲੀ ਕੌਮ ਹੈ। ਇਹ ਤਾਂ ਰਾਜ ਕਰਾਉਣ ਵਾਸਤੇ ਆਈ, ਰਾਜ ਕਰਨ ਵਾਸਤੇ ਤਾਂ ਆਈ ਨਹੀਂ ਹੈ, ਠੀਕ ਹੈ ਜੀ। ਤੇ ਐਵੇਂ ਲੋਕਾਂ ਦੇ ਦਿਲ 'ਚ ਵਹਿਮ ਰਹਿੰਦਾ ਹੈ, ਵਹਿਮ ਕੱਢਣਾ ਚਾਹੀਦਾ ਆ। ਹੁਣ ਤਾਂ ਗੇਮ ਵੀ 2 ਤਰ੍ਹਾਂ ਦੀ ਹੋ ਗਈ ਹੈ। ਜੇ ਸਪੋਰਟਸ ਦੇ ਵਿੱਚ ਕਰਾਉਂਦੇ ਆ, ਅੱਗੇ ਹੁੰਦਾ ਸੀ ਇਕੱਲਾ ਗੱਤਕਾ ਸਿੱਖਾਂ ਤੱਕ ਸੀਮਤ ਹੈ, ਪਰ ਹੁਣ ਗੱਤਕਾ ਫੈਡਰੇਸ਼ਨ ਆਫ ਇੰਡੀਆ ਨੇ ਰੂਲ ਬੁੱਕ 'ਚ ਇਹ ਹਿੰਦੂ, ਮੁਸਲਮ, ਸਿੱਖ, ਈਸਾਈ ਸਾਰੇ ਬੱਚੇ ਆ ਰਹੇ ਨੇ। ਸਾਡੇ ਕੋਲ ਕਈ ਇਦਾਂ ਦੀਆਂ ਹਿੰਦੂ ਫੈਮਿਲੀਜ਼ ਨੇ, ਉਹ ਬੱਚਿਆਂ ਦੇ ਸਾਡੇ ਨਾਲ ਖੇਡ ਕੇ ਉਹ ਬੱਚਿਆਂ ਨੇ ਕੇਸ ਰੱਖੇ ਨੇ ਵੀ ਗੱਲ ਇੱਕ ਰੂਪ ਨੂੰ ਦੇਖ ਲੈਂਦੇ ਨੇ ਲੋਕ, ਦੂਸਰਾ ਰੂਪ ਨਹੀਂ ਦੇਖਦੇ। ਕਹਿੰਦੇ ਹੁੰਦੇ ਨਾ, ਬੁਰਾਈ ਨੂੰ ਬੜੀ ਜਲਦੀ ਲੋਕ ਨਜ਼ਰ ਲਾ ਦਿੰਦੇ ਨੇ, ਉਹ ਚੰਗਿਆਈ ਵੱਲ ਤੁਸੀਂ ਦੇਖਦੇ ਨਹੀਂ ਪਏ। ਚੰਗੇ ਕੰਮ ਕੀਤੇ ਵੀ ਦੇਖੋ ਕੌਮ ਨੇ, ਕਿਹੜੇ ਕੰਮ ਕੀਤੇ ਨੇ, ਕਿੱਥੇ ਤੱਕ ਆ। ਜੇ ਹੁਣ ਕਿਤੇ ਵੀ ਦੇਸ਼ ਤੇ ਵਿਪਤਾ ਪੈਂਦੀ ਆ, ਕਰੋਨਾ ਕਾਲ ਹੀ ਲੈ ਲਈਏ, ਸਿੱਖਾਂ ਨੇ ਲੰਗਰ ਲਾਤੇ ਨੇ, ਕੋਈ ਵੀ ਜਥੇਬੰਦੀ ਪਿੱਛੇ ਨਹੀਂ ਹਟੀ। ਹੁਣ ਜੇ ਲੈ ਲਈਏ ਦਿੱਲੀ ਮੋਰਚੇ ਦੀ ਗੱਲ, ਉੱਥੇ ਉਦਾਂ ਦੀਆਂ ਫੌਜਾਂ ਡਟੀਆਂ ਹੋਈਆਂ ਨੇ। ਬਲਕਿ
ਕੋਈ ਵੀ ਤੁਸੀਂ ਦੇਸ਼ ਦੇ ਵਿੱਚ ਇਹੋ ਜਿਹੀ ਜਗ੍ਹਾ ਨਹੀਂ ਪਾਉਂਗੇ ਕਿ ਜਿੱਥੇ ਸਿੱਖ ਨੇ ਜਾਂ ਸਰਦਾਰਾਂ ਨੇ ਕੰਮ ਨਹੀਂ ਕਰਕੇ ਦਿਖਾਇਆ। ਬਿਲਕੁਲ। ਅੱਛਾ ਭੈਣ ਜੀ, ਇੱਕ ਆਖਰੀ ਸਵਾਲ ਲਵਾਂਗਾ। ਨਿੱਜੀ ਜ਼ਿੰਦਗੀ ਦੇ ਵਿੱਚ ਤਜਰਬਾ ਜਿਹੜਾ ਹੈ ਉਹ ਕਦੀ ਇਸ ਚੀਜ਼ ਨੂੰ ਵਰਤਿਆ, ਸੈਲਫ ਡਿਫੈਂਸ ਕਹਿ ਲਈਏ, ਜਾਂ ਕਦੀ ਕੋਈ ਮੌਕਾ ਜ਼ਿੰਦਗੀ ਦੇ ਵਿੱਚ ਇਦਾਂ ਦਾ ਆਇਆ ਵੀ ਵਾਕਿਆ ਉਸ ਦਿਨ ਫਿਰ ਸ਼ਸਤਰ ਵਿੱਦਿਆ ਜਿਹੜੀ ਸਿੱਖੀ ਸੀਗੀ ਉਹਦੀ ਮਦਦ ਲੈਣੀ ਪਈ, ਉਹਦਾ ਸਹਾਰਾ ਲੈਣਾ ਪਿਆ ਔਰ ਫਿਰ ਗੱਜੇ ਵੀ ਹੋ ਕਿਤੇ? ਹਜੇ ਤੱਕ ਤਾਂ ਸਿਰਫ ਜਦੋਂ ਫੜੇ ਕੇ ਤੁਰਦਾ ਹੀ ਹੈ ਤੇ ਲੋਕੀ ਆਪੇ ਰਾਹ ਦੇ ਦਿੰਦੇ ਨੇ, ਤੇ ਜਦੋਂ ਅਸੀਂ ਚੰਗੇ ਬਣ ਕੇ ਚੱਲਾਂਗੇ ਤੇ ਹਰੇਕ ਕੋਈ ਤੁਹਾਡਾ ਸਤਿਕਾਰ ਵੀ ਕਰੂਗਾ। ਜੇ ਅਸੀਂ ਕੋਈ ਕਿਸੇ ਤੇ ਐਵੇਂ ਧੱਕਾ ਕਰੀ ਜਾਵਾਂਗੇ ਅਗਲੇ ਸਾਡਾ ਵਿਰੋਧ ਵੀ ਕਰਨਗੇ। ਹਜੇ ਤੱਕ ਤਾਂ ਮਹਾਰਾਜ ਨੇ ਕਿਰਪਾ ਰੱਖੀ ਹੈ, ਹਾਂਜੀ, ਪਰ ਜੇ ਡਟ ਗਏ ਤੇ ਫਿਰ ਪਿੱਛੇ ਹਟਦੇ ਵੀ ਨਹੀਂ। ਕਿਸਾਨੀ ਮੋਰਚੇ ਤੇ ਗਏ ਸੀ, ਸਾਡੀ ਪੂਰੀ ਜਥਾ ਜਿੰਨਾ ਵੀ ਛੋਟੇ ਵੱਡੇ ਬੱਚੀਆਂ ਤੇ ਜਾ ਕੇ ਡਟ ਕੇ ਆਏ ਨੇ। ਪੂਰਾ ਸਰਕਾਰਾਂ ਨੂੰ ਪਤਾ ਲੱਗ ਗਿਆ ਇੱਕ ਵਾਰੀ ਵੀ, ਹਾਂਜੀ ਵੀ ਆ ਵੀ ਫੌਜ ਹੈਗੀ ਆ ਜੀ, ਬੀਬੀਆਂ ਦੀ ਆਈ ਹੈ, ਤੇ ਵਧੀਆ ਲੱਗਦਾ ਜੀ ਜਦੋਂ ਅਸੀਂ ਆਪਣੇ ਕਾਰਜਾਂ ਵਾਸਤੇ ਬਾਬਾ ਜੀ ਸਾਨੂੰ ਥਾਪੜਾ ਦੇ ਕੇ ਤੋਰ ਦਿੰਦੇ ਆ ਤੇ ਫਤਿਹ ਕਰਕੇ ਆਈਦਾ ਮੈਦਾਨ। ਫਿਰ ਐਸਜੀਪੀਸੀ ਨਾਲ ਰਿਲੇਟਡ ਮੇਰਾ ਸਵਾਲ ਮਨ ਦੇ ਵਿੱਚ ਰਹਿ ਗਿਆ, ਐਸਜੀਪੀਸੀ ਵੱਲੋਂ ਸਪੋਰਟ ਮਿਲਦੀ ਹੈ ਇਸ ਚੀਜ਼ ਨੂੰ ਲੈ ਕੇ, ਕਿਉਂਕਿ ਸਿਰਮੌਰ ਸੰਸਥਾ ਹੈ ਸਾਡੀ ਸਿੱਖਾਂ ਦੀ? ਬਿਲਕੁਲ ਜੀ, ਬਿਲਕੁਲ ਜੀ, ਸਾਡੇ ਸਿੱਖੀ ਅਦਾਰੇ ਦੀ ਸਿਰਮੌਰ ਸੰਸਥਾ ਹੈਗੀ ਆ, ਉਹਨਾਂ ਵੱਲੋਂ ਵੀ ਗੱਤਕੇ ਨੂੰ ਕਾਫੀ ਉਤਸ਼ਾਹਿਤ ਕੀਤਾ ਜਾ ਰਿਹਾ, ਪਰ ਉਹ ਧਾਰਮਿਕ ਕੋ ਕਰ ਰਹੇ ਨੇ, ਕਿਉਂਕਿ ਰਿਲੀਜੀਅਸ ਇੱਕ ਅਲੱਗ ਸਾਡਾ ਹੈਗਾ ਪੈਟਰਨ ਤੇ ਦੂਸਰਾ ਜਿਹੜਾ ਸਪੋਰਟਸ ਦਾ ਅਲੱਗ ਹੈ। ਰਿਲੀਜੀਅਸ ਵਿੱਚ ਜਿਹੜਾ ਜਿੰਨਾ ਵੀ ਹੋ ਸਕੇ ਉਹ ਆਪਣੇ ਵੱਲੋਂ ਪੂਰਾ ਯੋਗਦਾਨ ਪਾ ਰਹੇ ਨੇ, ਉਹ ਵੀ ਟੂਰਨਾਮੈਂਟ ਕਰਵਾਉਂਦੇ ਨੇ ਐਸਜੀਪੀਸੀ। ਤੇ ਅਸੀਂ ਹੁਣ ਜੇ ਮੀਰੀ ਪੀਰੀ ਦਿਵਸ ਵੀ ਮਨਾ ਕੇ ਆਏ ਹਾਂ ਪੂਰੇ ਜਥੇ ਦੇ ਨਾਲ ਅਕਾਲ ਤਖਤ ਸਾਹਿਬ ਤੇ, ਸਾਰੇ ਬੱਚਿਆਂ ਦਾ ਸਨਮਾਨ ਵੀ ਹੋਇਆ। ਸਮੇਂ ਸਿਰ ਅਸੀਂ ਉੱਧਰ ਵੀ ਆਪਣੀਆਂ ਸੇਵਾਵਾਂ ਦੇਈਦੀਆਂ, ਇੱਧਰ ਵੀ ਦੇਈਦੀਆਂ ਨੇ, ਜਿੱਥੇ ਵੀ ਬਾਬਾ ਜੀ ਸਾਡੀ ਡਿਊਟੀ ਲਾ ਦਿੰਦੇ ਨੇ ਉਹ ਨਿਭਾ ਕੇ ਆਈਦੇ ਆ। ਓਲੰਪਿਕਸ ਦੇ ਵਿੱਚ ਕਦੋਂ ਤੱਕ ਫਿਰ ਦਰਸ਼ਕ ਦੇਖ ਸਕਣਗੇ ਗੱਤਕੇ ਦੇ ਜੌਹਰ? ਦੇਖੋ ਆਸ ਤਾਂ ਹੈਗੀ ਆ ਜੀ, ਪਹਿਲਾਂ ਸੀਗੀ ਕੋਵਿਡ ਦਾ ਕਰਕੇ ਥੋੜਾ ਲੇਟ ਹੋ ਗਏ, ਫਾਈਲ ਲੱਗੀ ਹੋਈ ਨੇ। ਅਰਦਾਸ ਤਾਂ ਕਰਦੇ ਆ ਕਿ 2022 ਦੇ ਵਿੱਚ ਜਾਂ 23 ਦੇ ਵਿੱਚ ਹੋ ਜਾਵੇ, ਤੇ ਉਸ ਦਿਨ ਫਿਰ ਪੂਰੇ ਸੰਸਾਰ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਇਹ ਜਿਹੜੇ ਗੱਤਕੇ ਨੂੰ ਪਿਆਰ ਕਰਨ ਵਾਲੇ ਨੇ, ਗੱਤਕੇ ਦਾ ਸਤਿਕਾਰ ਕਰਨ ਵਾਲੇ ਨੇ, ਸਿੱਖਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੋਵੇਗੀ ਕਿ ਐਡੇ ਵੱਡੇ ਪੱਧਰ ਦੇ ਉੱਤੇ ਸਾਡਾ ਗੱਤਕਾ ਬਲਕਿ ਜਾਏਗਾ, ਤਾਂ ਬੱਚਿਆਂ ਨੂੰ ਉਸ ਦੇ ਬੈਨੀਫਿਟਸ ਹੋਣਗੇ। ਜਿੱਦਾਂ ਦੂਸਰੀਆਂ ਗੇਮਾਂ ਪੂਰੇ ਵਰਲਡ ਦੇ ਵਿੱਚ ਜਾਣੀਆਂ ਜਾਂਦੀਆਂ, ਇਹ ਨਹੀਂ ਹੈ ਕਿ ਵਰਲਡ ਦੇ ਵਿੱਚ ਹਜੇ ਕੋਈ ਨਾਂ ਪਛਾਣ ਨਹੀਂ ਹੈ ਗੱਤਕੇ ਦੀ, ਗੱਤਕੇ ਨੂੰ ਜਾਣਦੇ ਨੇ। ਈਵਨ ਕਿ ਗੋਰੇ ਅਕੈਡਮੀਆਂ ਖੋਲ੍ਹ ਕੇ ਬੈਠੇ ਨੇ। ਮੈਂ ਜਦੋਂ ਜਰਮਨ ਦੇ ਵਿੱਚ ਕੈਂਪ ਲਗਾ ਕੇ ਆਈ ਹਾਂ, ਮੇਰੇ ਕੋਲ 15 ਗੋਰਿਆਂ ਦੇ ਬੱਚੇ ਸੀਗੇ ਜਿਨ੍ਹਾਂ ਨੇ ਹਾਂਜੀ ਇਸ ਹਿੱਸਾ ਲਿਆ ਸਾਡੇ ਨਾਲ, ਤੇ ਦੁਨੀਆ ਜਾਣਦੀ ਹੈ ਜੀ ਗੱਤਕੇ ਨੂੰ। ਤੇ ਕੋਸ਼ਿਸ਼ ਕਰਾਂਗੇ, ਵਾਹਿਗੁਰੂ ਮੋਰੇ ਅਰਦਾਸ ਕਰਾਂਗੇ ਕਿ ਜਲਦੀ ਓਲੰਪਿਕ ਦੇ ਵਿੱਚ ਵੀ ਸ਼ਾਮਲ ਹੋਵੇ ਤੇ ਸਿੱਖੀ ਇਸ ਚੀਜ਼ ਦੇ ਵਿੱਚ ਵੀ ਆਪਣਾ ਪੂਰਾ ਮਾਰਕਾ ਲਾ ਕੇ ਆਵੇ ਜੀ। ਤਾਂ ਭੈਣ ਜੀ, ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਫਤਿਹ ਸਾਂਝ ਪਾਉਂਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਸਨ ਭੈਣ ਗੁਰਵਿੰਦਰ ਕੌਰ ਖਾਲਸਾ ਜੀ, ਜਿਨ੍ਹਾਂ ਦੇ ਵੱਲੋਂ ਲਗਾਤਾਰ ਗੱਤਕੇ ਦੀਆਂ ਟੀਮਾਂ ਤਿਆਰ ਕੀਤੀਆਂ ਜਾ ਰਹੀਆਂ ਨੇ, ਔਰ ਖਾਸੀਅਤ ਇਹ ਹੈ ਕਿ ਇਹਨਾਂ ਟੀਮਾਂ ਦੇ ਵਿੱਚ ਸਾਡੀਆਂ ਭੈਣਾਂ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਨੇ। ਬਹੁਤ ਸਾਰੀਆਂ ਭੈਣਾਂ ਸਟੱਡੀ ਦੇ ਨਾਲ ਨਾਲ ਯੂਨੀਵਰਸਿਟੀ ਲੈਵਲ ਤੱਕ, ਇੰਟਰ ਯੂਨੀਵਰਸਿਟੀ ਤੱਕ, ਨੈਸ਼ਨਲ ਤੱਕ 8-8, 9-9 골ਡ ਮੈਡਲ ਜਿੱਤ ਚੁੱਕੀਆਂ ਨੇ। ਬਹੁਤ ਸਾਰੀਆਂ ਨੇ ਵਿਦੇਸ਼ੀ ਧਰਤੀ ਦੇ ਉੱਤੇ ਵੀ ਗੱਤਕੇ ਦੇ ਜੌਹਰ ਦਿਖਾਏ ਨੇ। ਤਾਂ ਆਸ ਤੇ ਉਮੀਦ ਗੱਤਕੇ ਨੂੰ ਪਿਆਰ ਕਰਨ ਵਾਲੇ ਇਹਨਾਂ ਖਿਡਾਰੀਆਂ ਦੀ, ਇਹਨਾਂ ਕੋਚਾਂ ਦੀ ਇਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਓਲੰਪਿਕਸ ਦੇ ਵਿੱਚ ਗੱਤਕਾ ਉਹ ਸ਼ਾਮਲ ਹੋਵੇ। ਹਰ ਰੋਜ਼ ਇੱਕ ਸਿੱਖ ਦੀ ਭਾਵਨਾ ਦੇ ਨਾਲ ਅਰਦਾਸ ਵੀ ਕਰਦੇ ਨੇ ਕਿ ਖਿਡਾਰੀ ਹੋਣ ਦੇ ਨਾਤੇ ਅਰਦਾਸ ਵੀ ਕਰਦੇ ਨੇ ਕਿ ਜਿੰਨੀ ਜਲਦੀ ਗੱਤਕਾ ਓਲੰਪਿਕਸ ਦੇ ਵਿੱਚ ਸ਼ਾਮਲ ਹੋਵੇਗਾ ਉਨੀ ਜਲਦੀ ਅਸੀਂ ਗੱਤਕੇ ਦੇ ਜੌਹਰ ਵਰਲਡ ਲੈਵਲ ਤੱਕ, ਹਾਲਾਂਕਿ ਪਹਿਲਾਂ ਵੀ ਦਿਖਾ ਰਹੇ ਨੇ, ਪਰ ਇੱਕ ਰਿਕਗਨੀਸ਼ਨ ਦੇ ਨਾਲ, ਜਿਸ ਤਰੀਕੇ ਨਾਲ ਭੈਣ ਜੀ ਉਹਨਾਂ ਨੇ ਵੀ ਦੱਸਿਆ ਕਿ ਪੰਜਾਬ ਨੂੰ ਜਿਹੜੀ ਮਾਨਤਾ ਮਿਲ ਗਈ ਹੈ, ਪਰ ਇੰਡੀਆ ਲੈਵਲ ਦੇ ਉੱਤੇ ਅਜੇ ਤੱਕ ਜਿਹੜੀ ਹੈ ਓਲੰਪਿਕਸ ਦੇ ਲਈ ਮਾਨਤਾ ਨਹੀਂ ਮਿਲੀ, ਉਹਦੇ ਲਈ ਫਾਈਲ ਲਗਾਈ ਹੈ। ਤਾਂ ਸਾਡੀ ਵੀ ਇਹੀ ਅਰਦਾਸ ਹੈ ਕਿ ਜਲਦੀ ਤੋਂ ਜਲਦੀ ਉਸ ਫਾਈਲ ਦੇ ਉੱਤੇ ਸਹੀ ਦਾ ਨਿਸ਼ਾਨ ਵੱਜੇ ਔਰ ਸਾਡਾ ਗੱਤਕਾ ਹੈ ਜੋ ਸਿੱਖਾਂ ਦਾ ਮਾਰਸ਼ਲ ਆਰਟ ਹੈ ਉਹ ਓਲੰਪਿਕਸ ਦੇ ਵਿੱਚ ਸ਼ਾਮਲ ਹੋਵੇ, ਔਰ ਇਹ ਸਾਡੀਆਂ ਭੈਣਾਂ, ਸਾਡੇ ਵੀਰ ਉੱਥੇ ਜਾ ਕੇ ਜੌਹਰ ਦਿਖਾ ਕੇ ਨਾ ਸਿਰਫ ਇਸ ਮਾਰਸ਼ਲ ਆਰਟ ਨੂੰ ਪ੍ਰਫੁੱਲਿਤ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਣ, ਬਲਕਿ ਦੇਸ਼ ਦੀ ਝੋਲੀ ਦੇ ਵਿੱਚ ਓਲੰਪਿਕਸ ਦੇ ਵਿੱਚੋਂ 골ਡ ਮੈਡਲ ਲਿਆਉਣ ਦੇ ਵਿੱਚ ਵੀ ਲਗਾਤਾਰ ਮਿਹਨਤ ਕਰਨ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਸੀਚੇਵਾਲ।